ਰਨਿੰਗ ਕਰਕੇ ਜਾਣਾ ਤੇ ਰਾਤ ਨੂੰ ਹਨੇਰਾ ਹੋ ਜਾਣਾ, 7-8 ਵੱਜ ਜਾਣੇ। ਰਾਤ ਨੂੰ ਜੇ ਕਿਸੇ ਨੂੰ ਹੱਥ ਦਿੱਤਾ ਮੋਟਰਸਾਈਕਲ ਤੇ, ਕਿਸੇ ਨੇ ਰੋਕ ਲਿਆ ਤਾਂ ਬਹਿ ਜਾਣਾ, ਨਹੀਂ ਦਿੱਤਾ ਤਾਂ ਮੇਰੇ ਕੋਲ ਪੈਸੇ ਵੀ ਨਹੀਂ ਸੀਗੇ ਕਿਰਾਇਆ ਪਟਿਆਲੇ ਜਾਣ ਵਾਸਤੇ। ਸੋ ਮੈਂ ਮੈਡਮ ਨੂੰ ਫਿਰ ਔਖਾ ਜਾ ਕੇ ਕਹਿ ਦਿੱਤਾ, ਮੈਂ ਕਿਹਾ ਮੈਡਮ ਜੀ ਜੇ ਮੈਨੂੰ 50-60 ਰੁਪਏ ਬਣਦੇ ਤਾਂ ਦੇ ਦਿਓ ਮੈਡਮ ਜੀ, ਮੇਰੇ ਕੋਲ ਹੈ ਨਹੀਂ ਗੇ ਪੈਸੇ ਜੀ। ਕੋਚ ਸਾਹਿਬ ਨੇ ਦੇਖ ਕੇ ਮੈਨੂੰ ਤਾਂ ਉਹ ਬਹੁਤ ਗੁੱਸੇ ਹੋਏ। ਉਹ ਕਹਿੰਦੇ ਵੀ ਤੈਨੂੰ ਮੈਂ 8:30 ਦਾ ਟਾਈਮ ਦਿੱਤਾ ਸੀਗਾ, ਤੂੰ 10 ਵਜੇ ਆ ਰਿਹਾ ਵਾਂ, ਹੁਣ ਤਾਂ ਟ੍ਰਾਇਲ ਵੀ ਖਤਮ ਹੋ ਗਏ ਆ। ਕੋਚ ਸਾਹਿਬ ਕਹਿੰਦੇ ਵੀ ਲਿਸਟਾਂ ਬਣ ਰਹੀਆਂ ਨੇ, ਤੇ ਕੋਚ ਸਾਹਿਬ ਕਹਿੰਦੇ ਵੀ ਛੇਤੀ ਛੇਤੀ ਐਂ ਕਰ ਵੀ ਆਪਣੇ ਕੱਪੜੇ ਤਾਰ। ਜਦੋਂ ਗੁੱਠੇ ਬਾਹਰ ਨਿਕਲ ਜਾਣੇ, ਮੈਂ ਅੰਦਰ ਗੁੱਠੇ ਨੂੰ ਨਾ ਲੁਕੋਈ ਜਾਂਦਾ ਹੁੰਦਾ ਸੀ ਅੰਦਰ ਜੀ ਨੂੰ ਕਰ ਕਰਕੇ। ਫਿਰ ਜਦੋਂ ਸਾਡੀ ਸਾਰਿਆਂ ਨੂੰ ਕੋਚ ਸਾਹਿਬ ਨੇ ਇਕੱਠੇ ਕਰਨਾ ਤਾਂ ਮੈਂ ਪੈਰ ਅੰਦਰ ਨੂੰ ਕਰੀ ਜਾਣਾ ਵੀ ਲੋਕਾਂ ਨੇ ਕਹਿਣਾ। ਤੇ ਮੈਨੂੰ ਜਦੋਂ ਪਤਾ ਲੱਗਾ ਵੀ ਲਿਸਟ ਲੱਗ ਗਈ ਆ ਵੀ ਉਹਨਾਂ ਦਾ ਨਾਂ ਹੈਗਾ, ਉਹ ਪੰਜਾਬ ਪੁਲਿਸ ਦੀ ਭਰਤੀ ਦੇ ਵਿੱਚ ਮੇਰਾ ਨਾਂ ਨਹੀਂ ਹੈਗਾ, ਉਦੋਂ ਮੈਂ ਜਮੀ ਆਪਣੇ ਹਥਿਆਰ ਸੁੱਟ ਗਿਆ ਸੀਗਾ। ਮੈਂ ਮਨੋਂ ਉਤਰ ਗਿਆ ਸੀ ਮੇਰੇ ਕੋਲ। ਮੈਂ ਕਿਹਾ ਯਾਰ ਮੈਂ ਕੁਛ ਨਹੀਂ ਕਰਨਾ ਹੈਗਾ, ਬਸ ਵੀ ਹੁਣ ਮੈਂ ਘਰੇ ਜਾ ਕੇ ਕਿਸੇ ਤੋਂ ਫੋਨ ਲੈ ਕੇ ਫੋਨ ਕੀਤਾ ਆਪਣੇ ਡੈਡੀ ਜੀ ਨੂੰ। ਮੈਂ ਕਿਹਾ ਵੀ ਡੈਡੀ ਜੀ ਮੈਂ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋ ਗਿਆ। ਮੇਰੇ ਡੈਡੀ ਜੀ ਕਹਿੰਦੇ ਕਾਹਨੂੰ ਮਜ਼ਾਕ ਕਰਦਾ, ਮੇਰੇ ਘਰ ਵਾਲਿਆਂ ਨੂੰ ਵਿਸ਼ਵਾਸ ਹੀ ਨਹੀਂ ਹੋਇਆ ਹੈਗਾ ਕਿ ਮੈਂ ਅੱਗੇ ਵੱਧਦਾ ਚੱਲ, ਤੂੰ ਵੱਧਦਾ ਚੱਲ, ਤੈਨੂੰ ਭੜਕਾਉਣ ਵਾਲੇ ਬਹੁਤ ਮਿਲਣਗੇ, ਤੂੰ ਵਿਸ਼ਵਾਸ ਕਰੀ ਨਾ ਕਿਸੇ ਹੋਰ ਤੇ, ਕਿਉਂਕਿ ਜਿੱਤ ਮਿਲਦੀ ਏ ਆਪਣੇ ਜ਼ੋਰ ਤੇ, ਕਿਉਂਕਿ ਜਿੱਤ ਮਿਲਦੀ ਏ ਆਪਣੇ ਜ਼ੋਰ ਤੇ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਬਲਜਿੰਦਰ ਸਿੰਘ ਸਰੋਏ ਤੇ ਮੇਰਾ ਪਿੰਡ ਖਾਗਟਾ ਕਲਾਂ ਤੇ ਜ਼ਿਲ੍ਹਾ ਪਟਿਆਲਾ ਜੀ। ਜਦੋਂ ਮੈਂ ਸਕੂਲ ਦੇ ਵਿੱਚ 4ਵੀਂ-5ਵੀਂ ਕਲਾਸ ਦੇ ਵਿੱਚ ਪੜ੍ਹਦਾ ਸੀਗਾ, ਮੈਂ ਉਸ ਟਾਈਮ ਕਬੱਡੀ ਖੇਡਦਾ ਹੁੰਦਾ ਸੀਗਾ। ਉਦੋਂ ਮੈਂ ਡਿਸਟ੍ਰਿਕਟ ਦੇ ਵਿੱਚ ਕਬੱਡੀ ਜਦੋਂ ਖੇਡਦਾ ਹੁੰਦਾ ਸੀਗਾ ਤਾਂ ਮੈਂ ਸਾਰਿਆਂ ਨਾਲੋਂ ਆਲਰਾਊਂਡਰ ਸੀਗਾ। ਮੈਂ ਰੇਡਰ ਵੀ ਸੀਗਾ ਤੇ ਜਾਫੀ ਵੀ ਸੀਗਾ, ਤੇ ਮੈਨੂੰ ਖੇਡਣ ਦਾ ਬਹੁਤ ਸ਼ੌਂਕ ਸੀਗਾ, ਕਿਉਂਕਿ ਮੇਰੇ ਮਨ ਦੇ ਵਿੱਚ ਸ਼ੁਰੂ ਤੋਂ ਹੀ ਸੀਗਾ ਵੀ ਮੈਂ ਕੁਝ ਕਰਕੇ ਦਿਖਾਵਾਂ। ਤੇ ਜਦੋਂ ਮੈਂ ਸਕੂਲ ਦੇ ਵਿੱਚ ਕਬੱਡੀ ਖੇਡਦਾ ਹੁੰਦਾ ਸੀਗਾ ਤਾਂ ਉਦੋਂ ਸਕੂਲ ਦੇ ਵਿੱਚ ਸਿਸਟਮ ਚੱਲਦਾ ਹੁੰਦਾ ਸੀਗਾ ਵੀ ਉਹ ਦੰਦ ਵਗੈਰਾ ਖੇਡ ਕੇ, ਦੰਦ ਗਿਣ ਕੇ ਕਬੱਡੀ ਖਿਡਾਉਂਦੇ ਹੁੰਦੇ ਸੀਗੇ। ਤੇ ਜਦੋਂ ਮੈਂ 5ਵੀਂ ਕਲਾਸ ਪਾਰ ਕੀਤੀ ਤਾਂ ਪਹਿਲਾਂ ਉਹ 28 ਦੰਦਾਂ ਵਾਲਿਆਂ ਨੂੰ ਕਬੱਡੀ ਖਿਡਾਉਂਦੇ ਹੁੰਦੇ ਸੀਗੇ, ਤਾਂ ਉਦੋਂ ਮੇਰੇ 28 ਦੰਦਾਂ ਤੋਂ ਕ੍ਰੋਸ ਹੋ ਗਏ। ਤਾਂ ਅਗਲੀ ਵਾਰੀ ਜਦੋਂ ਸਿਲੈਕਸ਼ਨ ਹੋਣ ਲੱਗੀ ਤਾਂ ਉਹਨਾਂ ਨੇ ਮੇਰੀ ਸਿਲੈਕਸ਼ਨ ਨਹੀਂ ਕੀਤੀ ਹੈਗੀ, ਕਹਿੰਦੇ ਕਿਉਂਕਿ ਵੀ ਇਹਦੇ ਦੰਦ ਜ਼ਿਆਦਾ ਹੋ ਗਏ, ਉਹਨਾਂ ਨੇ ਮੈਨੂੰ ਬਾਹਰ ਕੱਢਤਾ। ਅਤੇ ਫਿਰ ਮੈਂ ਵਾਲੀਬਾਲ ਖੇਡਣੀ ਸ਼ੁਰੂ ਕਰ ਦਿੱਤੀ। ਮੈਂ 2-2.5 ਸਾਲ ਵਾਲੀਬਾਲ ਖੇਡਦਾ ਰਿਹਾ, ਪਰ ਮੇਰੀ ਹਾਈਟ ਬਹੁਤ ਛੋਟੀ ਸੀਗੀ, ਮੇਰੀ ਹਾਈਟ 5 ਫੁੱਟ ਦੇ ਕਰੀਬ ਸੀਗੀ। ਅਤੇ ਮੈਨੂੰ ਵਾਲੀਬਾਲ ਦੇ ਵਿੱਚ ਮਤਲਬ ਇੰਨਾ ਸਕੋਪ ਨਹੀਂ ਮਿਲਿਆ, ਕਿਉਂਕਿ ਜਿਹੜੇ ਮੇਰੇ ਨਾਲ ਦੇ ਸੀਗੇ ਉਹਨਾਂ ਨੇ ਵੀ ਮੈਨੂੰ ਤਾਨੇ ਮਾਰਨੇ ਸ਼ੁਰੂ ਕਰ ਦਿੱਤੇ। ਕਿਉਂਕਿ ਜਦੋਂ ਸ਼ਾਮ ਨੂੰ ਮੈਂ ਪਿੰਡ ਦੇ ਵਿੱਚ ਵਾਲੀਬਾਲ ਖੇਡਣੀ ਤਾਂ ਉਹਨਾਂ ਨੇ ਮੈਨੂੰ ਇਹ ਕਹਿ ਦੇਣਾ, ਉਹਨਾਂ ਨੇ ਕਹਿਣਾ ਚੱਲ ਗੰਡੂ ਜਿਹਾ, ਗੱਠੂ ਜਿਹਾ, ਤੂੰ ਕੀ ਕਰੇਂਗਾ ਵਾਲੀਬਾਲ ਦੇ ਵਿੱਚ, ਇਹ ਤੇਰੇ ਵੱਸ ਦੀ ਗੇਮ ਨਹੀਂ ਹੈਗੀ। ਉਹਨਾਂ ਨੇ ਮੈਨੂੰ ਇੰਨਾ ਕਹਿ ਕੇ ਬਾਹਰ ਬਿਠਾ ਦੇਣਾ, ਅਤੇ ਮੈਂ ਉਹਨਾਂ ਨੂੰ ਵਾਲੀਬਾਲ ਖੇਡਦੇ ਹੋਏ ਦੇਖਣਾ, ਅਤੇ ਮੇਰੇ ਮਨ ਨੂੰ ਨਾ ਬੜਾ ਮਤਲਬ ਵੀ ਫੀਲ ਜਿਹਾ ਹੋਣਾ ਵੀ ਯਾਰ ਜੇ ਮੈਂ ਛੋਟਾ ਕੱਦ ਦੇ ਵਿੱਚ, ਜੇ ਮੇਰੀ ਹਾਈਟ ਨਹੀਂ ਵਧੀ ਤਾਂ ਇਹਦੇ ਵਿੱਚ ਮੇਰਾ ਕੀ ਕਸੂਰ ਆ। ਸੋ ਫਿਰ ਇੱਕ ਦਿਨ ਅਸੀਂ ਵਾਲੀਬਾਲ ਖੇਡਦੇ ਸੀ ਸਕੂਲ ਦੇ ਵਿੱਚ, ਤਾਂ ਸਾਡੇ ਅਸੀਂ ਪ੍ਰੈਕਟਿਸ ਦੇ ਦੌਰਾਨ ਤਾਂ ਸਾਡੇ ਸਕੂਲ ਦੇ ਵਿੱਚ ਇੱਕ ਕੋਚ ਸਾਹਿਬ ਆਏ ਬਾਕਸਿੰਗ ਦੇ, ਉਹਨਾਂ ਦਾ ਨਾਮ ਆ ਹਰਪ੍ਰੀਤ ਸਿੰਘ। ਅਤੇ ਉਹ ਕਲਾਸ ਦੇ ਵਿੱਚ ਆਏ ਅਤੇ ਉਹਨਾਂ ਨੇ ਕਿਹਾ ਵੀ ਅਸੀਂ ਵਾਲੀਬਾਲ ਬਾਹਰ ਖੇਡਦੇ, ਸਾਨੂੰ ਪ੍ਰਿੰਸੀਪਲ ਸਾਹਿਬ ਨੇ ਕਲਾਸਾਂ ਦੇ ਵਿੱਚ ਬੁਲਾ ਲਿਆ। ਅਤੇ ਜਿਹੜੇ ਕੋਚ ਸਾਹਿਬ ਆਏ ਸੀਗੇ ਉਹ ਇਕੱਲੀ ਕਲਾਸ ਦੇ ਵਿੱਚ ਜਾਣ ਲੱਗ ਗਏ। ਉਹਨਾਂ ਨੇ ਕਿਹਾ ਵੀ ਮੈਨੂੰ ਬਾਕਸਿੰਗ ਦੇ ਵਾਸਤੇ ਬੱਚੇ ਚਾਹੀਦੇ ਨੇ ਜਿਨ੍ਹਾਂ ਦੀ ਏਜ ਘੱਟ ਹੋਵੇ ਅਤੇ ਹਾਈਟ ਲੰਬੀ ਹੋਵੇ, ਕਿਉਂਕਿ ਬਾਕਸਿੰਗ ਜਿਹੜੀ ਖੇਡ ਆ ਉਹ ਲੰਬੇ ਬੰਦਿਆਂ ਦੀ ਆ। ਅਤੇ ਉਹਨਾਂ ਦੇ ਵਿੱਚੋਂ ਕਿਹਾ ਵੀ ਜਿਹੜਾ ਬਾਕਸਿੰਗ ਕਰਨਾ ਚਾਹੁੰਦਾ ਇੰਟਰਸਟ, ਜਿਹਦੀ ਹਾਈਟ ਲੰਬੀ ਹੋਵੇ ਉਹ ਖੜ੍ਹੇ ਹੋ ਜਾਣ। ਤਾਂ ਮੈਂ ਕਲਾਸ ਦੇ ਵਿੱਚ ਮੇਰੀ ਆਦਤ ਸੀ ਸ਼ੁਰੂ ਤੋਂ, ਮੈਂ ਅੱਗੇ ਹੀ ਬਹਿੰਦਾ ਹੁੰਦਾ ਸੀਗਾ, ਤਾਂ ਮੈਂ ਪਿੱਛੇ ਮੁੜ ਕੇ ਨਹੀਂ ਵੇਖਿਆ, ਮੈਂ ਖੜ੍ਹਾ ਹੋ ਗਿਆ। ਅਤੇ ਸਾਰੇ ਮੇਰੇ ਵੱਲ ਵੇਖ ਕੇ ਹੱਸਣ ਲੱਗ ਗਏ, ਅਤੇ ਕੋਚ ਸਾਹਿਬ ਵੀ ਮੇਰੇ ਵੱਲ ਵੇਖ ਕੇ ਹੱਸਣ ਲੱਗ ਗਏ। ਅਤੇ ਜਦੋਂ ਮੈਂ ਪਿੱਛੇ ਮੁੜ ਕੇ ਵੇਖਿਆ ਕੋਈ ਨਹੀਂ ਸੀ ਖੜ੍ਹਾ ਹੋਇਆ, ਇਕੱਲੀ ਕਲਾਸ ਦੇ ਵਿੱਚ 35-40 ਬੱਚਿਆਂ ਦੇ ਵਿੱਚੋਂ ਮੈਂ ਇਕੱਲਾ ਹੀ ਖੜ੍ਹਾ ਹੋਇਆ ਸੀਗਾ। ਅਤੇ ਮੈਨੂੰ ਕਹਿਣ ਲੱਗੇ ਕੋਚ ਸਾਹਿਬ, ਕਹਿੰਦੇ ਵੀ ਤੂੰ ਬਾਕਸਿੰਗ ਕਰੇਂਗਾ? ਮੈਂ ਕਿਹਾ ਹਾਂਜੀ ਕੋਚ ਸਾਹਿਬ ਮੈਂ ਬਾਕਸਿੰਗ ਕਰਾਂਗਾ ਜੀ। ਉਹ ਕਹਿੰਦੇ ਵੀ ਯਾਰ ਤੇਰੀ ਹਾਈਟ ਤਾਂ ਹੈ ਨਹੀਂ ਗੀ, ਅਤੇ ਉਹ ਕਹਿੰਦੇ ਚਲੋ ਕੋਈ ਗੱਲ ਨਹੀਂ, ਤੂੰ ਸ਼ਾਮ ਨੂੰ ਨਾ ਗਰਾਊਂਡ ਦੇ ਵਿੱਚ ਆ ਜੀ, ਸਾਡੇ ਇੱਕ ਬਲਾਕ ਪੈਂਦਾ ਭੁਨਰਹੇੜੀ, ਅਤੇ ਉੱਥੇ ਅਸੀਂ ਟ੍ਰਾਇਲ ਲਾਵਾਂਗੇ, ਉੱਥੇ ਹੀ ਸਟੇਡੀਅਮ ਸੀਗਾ। ਅਤੇ ਉਹਨਾਂ ਨੇ ਮੈਨੂੰ 3:30 ਵਜੇ ਦਾ ਟਾਈਮ ਦਿੱਤਾ, ਅਤੇ 2:30-3 ਵਜੇ ਸਕੂਲ ਦੇ ਵਿੱਚ ਛੁੱਟੀ ਹੋਈ। ਮੈਂ ਆਪਣਾ ਬੈਗ ਘਰੇ ਆ ਕੇ ਸੁੱਟਿਆ, ਮੈਂ ਰੋਟੀ ਵਗੈਰਾ ਵੀ ਨਹੀਂ ਖਾਧੀ, ਅਤੇ ਮੈਂ ਸਾਈਕਲ ਚੱਕਿਆ। ਸਾਡੇ ਮੇਰੀ ਸਿਸਟਰ ਦਾ ਸਾਈਕਲ ਹੁੰਦਾ ਸੀਗਾ, ਰੇਂਜਰ ਸਾਈਕਲ, ਅਤੇ ਉਹ ਚੱਕਿਆ ਸੀ। ਮੈਂ ਉੱਥੇ ਗਰਾਊਂਡ 'ਚ ਪਹੁੰਚ ਗਿਆ, ਸਿੱਧਾ ਜਾ ਕੇ ਸਕੂਲ ਡਰੈਸ ਦੇ ਵਿੱਚ ਹੀ ਚਲਾ ਗਿਆ। ਤਾਂ ਉਹਨਾਂ ਨੇ ਟ੍ਰਾਇਲ ਲੈਣੇ ਸ਼ੁਰੂ ਕੀਤੇ, ਉਹਨਾਂ ਨੇ ਪੁਸ਼ਅਪ ਵਗੈਰਾ ਲਗਾਏ, ਡੰਡ ਲਗਾਏ, ਸਪਰਿੰਟਾਂ ਵਗੈਰਾ ਲਾਈਆਂ। ਮੈਂ ਸਾਰੇ ਮਤਲਬ ਵੀ ਅਸੀਂ 10-12 ਜਣੇ ਸੀਗੇ, ਸਾਰਿਆਂ ਤੋਂ ਵਿੱਚ ਮੈਂ ਨੰਬਰ 1 'ਤੇ ਆਇਆ। ਸੋ ਫਿਰ ਉਹਨਾਂ ਨੇ ਜਦੋਂ ਕੋਚ ਸਾਹਿਬ ਨੇ ਕਿਹਾ ਵੀ ਬਲਜਿੰਦਰ ਵੀ ਤੂੰ ਕਰਤਾ ਸਾਰਿਆਂ ਨਾਲੋਂ ਵਧੀਆ ਕੀਤਾ ਵਾ, ਪਰ ਵੀ ਮੈਨੂੰ ਚਾਹੀਦੇ ਲੰਬੇ ਬੰਦੇ ਅਤੇ ਜਿਹਦੀ ਏਜ ਹੋਵੇ ਘੱਟ, ਕਿਉਂਕਿ ਮੇਰਾ 91 ਦਾ ਬਰਥ ਆ, ਤਾਂ ਉਹਨਾਂ ਨੂੰ ਚਾਹੀਦਾ ਸੀਗਾ 93 ਜਾਂ 94 ਵਾਲੇ ਚਾਹੀਦੇ, ਕਿਉਂਕਿ ਮੇਰਾ ਸਬ ਜੂਨੀਅਰ ਦਾ ਲਾਸਟ ਸਾਲ ਸੀਗਾ। ਅਤੇ ਮੈਂ ਉਹਨਾਂ ਨੂੰ ਕਿਹਾ ਕੋਚ ਸਾਹਿਬ ਜੀ ਮੈਨੂੰ ਪਲੀਜ਼ ਇੱਕ ਵਾਰੀ ਮੈਨੂੰ ਮੌਕਾ ਦਿੱਤਾ ਜਾਵੇ ਤਾਂ ਮੈਂ ਜ਼ਰੂਰ ਕੁਝ ਕਰਾਂਗਾ, ਤੁਸੀਂ ਪਲੀਜ਼ ਮੈਨੂੰ ਇੱਕ ਵਾਰ ਮੌਕਾ ਦਿਓ। ਤਾਂ ਮੈਂ ਉਹਨਾਂ ਨੂੰ ਕਾਫੀ ਵਾਰੀ ਰਿਕੁਐਸਟ ਵੀ ਕੀਤੀ, ਤਾਂ ਮੇਰੀ ਰਿਕੁਐਸਟ ਕਰਨ 'ਤੇ ਉਹਨਾਂ ਨੇ ਕਿਹਾ ਵੀ ਚਲੋ ਕੋਈ ਗੱਲ ਨਹੀਂ, ਤੂੰ
ਆ ਜਾ ਕਰ ਗਰਾਊਂਡ ਦੇ ਵਿੱਚ, ਕੋਈ ਗੱਲ ਨਹੀਂ ਦੇਖੀ ਜਾਊਗੀ। ਸੋ ਇਸੀ ਤਰ੍ਹਾਂ ਫਿਰ ਜ਼ਿੰਦਗੀ ਚੱਲਦੀ ਰਹੀ। ਮੈਂ ਗਰਾਊਂਡ ਦੇ ਵਿੱਚ ਆਉਂਦਾ ਰਿਹਾ, ਮੈਂ ਸਕੂਲੋਂ ਆਉਣਾ ਦਵਾ ਦਵ, ਕਿਉਂਕਿ ਮੈਨੂੰ ਚਾਅ ਬਹੁਤ ਸੀ ਵੀ ਮੈਂ ਬਾਕਸਿੰਗ ਕਰਨ ਲੱਗ ਗਿਆ। ਅਤੇ ਮੈਂ ਆਉਣਾ ਦਵਾ ਦਵ ਸਕੂਲ ਦੇ ਵਿੱਚੋਂ ਬੈਗ ਸੁੱਟਣਾ, ਰੋਟੀ ਵੀ ਨਹੀਂ ਖਾਣੀ ਹੈਗੀ, ਨਾ ਮੈਂ ਘਰਦਿਆਂ ਨੂੰ ਦੱਸਿਆ ਹੈਗਾ, ਨਾ ਆਪਣੀ ਮੰਮੀ ਨੂੰ ਦੱਸਿਆ, ਨਾ ਡੈਡੀ ਨੂੰ ਦੱਸਿਆ ਵੀ ਮੈਂ ਬਾਕਸਿੰਗ ਕਰਦਾ ਵਾਂ। ਬਸ ਜਾਣਾ, ਜੇ ਮੇਰੇ ਘਰਦਿਆਂ ਨੂੰ ਕਿਸੇ ਨੇ ਪੁੱਛਣਾ ਵੀ ਬਲਜਿੰਦਰ ਕਿੱਥੇ ਆ, ਘਰਦੇ ਕਹਿੰਦੇ ਪਤਾ ਨਹੀਂ, ਕਹਿੰਦੇ ਉੱਥੇ ਜਾਂਦਾ, ਪਤਾ ਨਹੀਂ ਕੀ ਖੇਡਦਾ ਕੀ ਨਹੀਂ ਖੇਡਦਾ ਹੈਗਾ। ਅਤੇ ਮੈਂ ਜਾਣਾ ਉੱਥੇ ਪ੍ਰੈਕਟਿਸ ਕਰਨ ਲੱਗ ਜਾਣਾ। ਮੈਂ 1 ਮਹੀਨੇ ਦੇ ਵਿੱਚ ਬਾਕੀ ਮੇਰੇ ਕੋਚ ਸਾਹਿਬ ਨੇ ਮੈਨੂੰ ਸਿਖਾਇਆ, ਅਤੇ ਸਿੱਖਣ ਦੇ ਨਾਲ ਤਾਂ ਮੈਂ ਦੇਖ ਕੇ 1 ਮਹੀਨੇ ਦੇ ਵਿੱਚ ਟ੍ਰੈਂਡ ਹੋ ਗਿਆ। ਅਤੇ ਜਿਹੜੇ ਮੇਰੇ ਤੋਂ ਸੀਨੀਅਰ ਸੀਗੇ ਉਹਨਾਂ ਨਾਲ ਮੈਂ ਸਪੈਰਿੰਗ ਲਾਉਣੀ ਸ਼ੁਰੂ ਕਰਤੀ, ਯਾਨੀ ਕਿ ਫਾਈਟਾਂ ਲਗਾਉਣੀਆਂ ਮੈਂ ਉਹਨਾਂ ਨਾਲ ਸ਼ੁਰੂ ਕਰ ਦਿੱਤੀਆਂ। ਮੈਂ 1 ਮਹੀਨੇ ਦੇ ਵਿੱਚ ਉਹਨਾਂ ਦੇ ਬਰਾਬਰ ਆ ਕੇ ਖੜ ਗਿਆ। ਮੇਰੀ ਮਿਹਨਤ ਇੱਥੋਂ ਤੱਕ ਰੰਗ ਲੈ ਆਈ ਸੀਗੀ। ਸੋ ਇਹੀ ਸਿਲਸਿਲਾ ਇਸੀ ਤਰ੍ਹਾਂ ਚੱਲਦਾ ਰਿਹਾ। ਮੈਂ ਆਪਣੇ ਨਾਲ ਹੋਰ 20-25 ਬੱਚੇ ਨਾਲ ਲਗਾ ਲਏ ਵੀ ਮੈਨੂੰ ਐ ਸੀ ਵੀ ਯਾਰ ਮੈਂ ਇਕੱਲਾ ਜਾਂਦਾ ਵਾ, ਕਿਉਂਕਿ ਸਾਈਕਲ ਵੀ ਮੇਰੇ ਕੋਲ ਨਹੀਂ ਸੀ ਹੁੰਦਾ। ਕਦੇ ਕਈ ਵਾਰੀ ਤਾਂ ਮੈਨੂੰ ਤੁਰ ਕੇ ਜਾਣਾ ਪੈਂਦਾ ਸੀ, ਕਈ ਵਾਰੀ ਤਾਂ ਮੈਂ ਰਨਿੰਗ ਲਗਾ ਕੇ ਜਾਂਦਾ ਹੁੰਦਾ ਸੀ, ਕਿਉਂਕਿ ਜਿਹੜਾ ਮੇਰੇ ਪਿੰਡ ਤੋਂ ਲੈ ਕੇ ਭੁੰਨਰ ਹੇੜੀ ਦਾ ਜਿਹੜਾ ਡਿਸਟੈਂਸ ਆ ਉਹ 5 ਕਿਲੋਮੀਟਰ ਦਾ, 5 ਕਿਲੋਮੀਟਰ ਜਾਣ ਦਾ ਅਤੇ 5 ਕਿਲੋਮੀਟਰ ਆਉਣ ਦਾ, 10 ਕਿਲੋਮੀਟਰ ਪੈ ਜਾਂਦਾ। ਸੋ ਸਾਈਕਲ ਨਾ ਹੋਣ ਦੀ ਬਜਾਏ ਫਿਰ ਮੈਂ ਕਈ ਵਾਰੀ ਰਨਿੰਗ ਕਰਕੇ ਜਾਣਾ ਪਿੰਡੋਂ, ਰਨਿੰਗ ਕਰਕੇ ਜਾਣਾ, ਅਤੇ ਰਾਤ ਨੂੰ ਹਨੇਰਾ ਹੋ ਜਾਣਾ, 7-8 ਵੱਜ ਜਾਣੇ। ਰਾਤ ਨੂੰ ਜੇ ਕਿਸੇ ਨੂੰ ਹੱਥ ਦਿੱਤਾ ਮੋਟਰਸਾਈਕਲ 'ਤੇ, ਕਿਸੇ ਨੇ ਰੋਕ ਲਿਆ ਤਾਂ ਬਹਿ ਜਾਣਾ, ਨਹੀਂ ਦਿੱਤਾ ਤਾਂ ਮਤਲਬ ਵੀ ਸਿੱਧਾ ਹੀ ਮਤਲਬ ਤੁਰੇ ਰਹਿਣਾ, ਜਾਂ ਰਨਿੰਗ ਕਰਦੇ ਆਈ ਜਾਣਾ, ਪਸੀਨੋ ਪਸੀਨੀ ਹੁੰਦੇ ਆਉਣਾ, ਘਰੇ ਆ ਕੇ ਨਹਾ ਧੋ ਕੇ ਰੋਟੀ ਰੂਟੀ ਖਾ ਕੇ ਪੈ ਜਾਣਾ, ਪਤਾ ਨਹੀਂ ਲੱਗਣਾ, ਥੱਕੇ ਇੰਨੇ ਹੁੰਦੇ ਸੀਗੇ, ਸੋ ਜਾਂਦੇ ਸੀਗੇ। ਸੋ ਇਸੀ ਤਰ੍ਹਾਂ ਮੈਂ ਆਪਣੇ ਸਾਥ ਦੇ ਵਾਸਤੇ ਮੈਂ 4-5 ਬੰਦੇ ਲਗਾਏ, 4-5 ਬੰਦੇ ਕਰਦੇ ਘੱਟੋ ਘੱਟ 20-25 ਜਣੇ ਸਾਡੇ ਨਾਲ ਮੇਰੇ ਯਾਰ ਦੋਸਤ ਇਕੱਠੇ ਹੋ ਗਏ, ਅਸੀਂ ਜਾਣ ਲੱਗ ਗਏ। ਜਦੋਂ ਉਹਨਾਂ ਨੇ ਦੇਖਿਆ ਉੱਥੇ ਜਾ ਕੇ ਵੀ ਉੱਥੇ ਬਾਕਸਿੰਗ ਦੇ ਵਿੱਚ ਤਾਂ ਹੈ ਕੰਮ ਔਖਾ ਹੀ ਆ, ਕਿਉਂਕਿ ਇੱਕ ਭਜਾਉਣਾ ਅਤੇ ਉਸ ਤੋਂ ਬਾਅਦ ਮੁੱਕੇ ਵੀ ਖਾਣੇ, ਕਿਹੜਾ ਮੁੱਕੇ ਖਾਂਦਾ ਅੱਜ ਕੱਲ੍ਹ। ਸੋ ਉਹਨਾਂ ਨੇ ਮਹੀਨਾ ਕੁ ਕੀਤੀ ਸ਼ੌਂਕੀਆ ਤੌਰ ਦੇ ਉੱਤੇ, ਮਹੀਨਾ 1.5 ਮਹੀਨਾ ਕੀਤੀ, ਅਤੇ ਉਹ ਸਾਰੇ ਹਟ ਗਏ। ਫਿਰ ਮੈਂ ਇਕੱਲਾ ਰਹਿ ਗਿਆ। ਫਿਰ ਇੱਕ ਵਾਰੀ ਤਾਂ ਮੈਂ ਵੀ ਜਵਾਬ ਜਿਹਾ ਦੇ ਤਾ, ਮੈਂ ਕਿਹਾ ਛੱਡ ਪਰਾਂ ਯਾਰ, ਵੀ ਤੂੰ ਇਕੱਲਾ ਕੀ ਕਰੇਂਗਾ, ਵੀ ਤੂੰ ਵੀ ਘਰੇ ਆਰਾਮ ਨਾਲ ਬਹਿ ਜਾ। ਪਰ ਮੈਂ ਹੌਸਲਾ ਨਹੀਂ ਛੱਡਿਆ ਬਸ, ਕਿਉਂਕਿ ਮੇਰੇ ਦਿਲ ਦੇ ਵਿੱਚ ਇੱਕ ਚੀਜ਼ ਸੀ ਵੀ ਯਾਰ ਮੈਂ ਜ਼ਿੰਦਗੀ ਦੇ ਵਿੱਚ ਕੁਛ ਕਰਕੇ ਜ਼ਰੂਰ ਦਿਖਾਉਣਾ ਵਾ। ਸੋ ਇਸੀ ਤਰ੍ਹਾਂ ਫਿਰ ਮੈਂ ਇਕੱਲਾ ਹੀ ਅਪ ਡਾਊਨ ਕਰਦਾ ਰਿਹਾ, ਕਦੇ ਮੈਂ ਰਨਿੰਗ ਕਰਕੇ ਚੱਲ ਜਾਣਾ, ਕਦੇ ਆ ਜਾਣਾ, ਕਦੇ ਸਾਈਕਲ 'ਤੇ ਚੱਲ ਜਾਣਾ, ਹੈ ਨਾ। ਸੋ ਇਸੀ ਤਰ੍ਹਾਂ ਸਿਲਸਿਲਾ ਚੱਲਦਾ ਰਿਹਾ। ਮੈਂ 3-4 ਸਾਲ ਭੁੰਨਰ ਹੇੜੀ ਦੇ ਵਿੱਚ ਮੈਂ ਬਾਕਸਿੰਗ ਕੀਤੀ, ਅਤੇ ਉਦੋਂ ਮੈਂ ਇੱਕ ਵਾਰੀ ਸਟੇਟ ਖੇਡਿਆ ਸੀਗਾ, ਉਦੋਂ ਸਟੇਟ ਦੇ ਵਿੱਚ ਮੇਰਾ ਬਰੋਂਜ਼ ਮੈਡਲ ਸੀਗਾ। ਸੋ ਮੈਂ ਉਦੋਂ ਫਿਰ ਹਟ ਗਿਆ ਸੀਗਾ ਗੇਮ ਕਰਨੀ, ਕਿਉਂਕਿ ਜਿਹੜੇ ਸਾਡੇ ਕੋਚ ਸਾਹਿਬ ਸੀਗੇ ਉਹ ਪੰਜਾਬ ਪੁਲਿਸ ਦੇ ਵਿੱਚ ਜੋਬ ਕਰਦੇ ਸੀਗੇ। ਸੋ ਮਹਿਕਮੇ ਨੇ ਕਿਸੇ ਵਜ੍ਹਾ ਕਰਕੇ ਉਹਨਾਂ ਨੂੰ ਹਟਾਤਾ ਸੀਗਾ, ਕਿਉਂਕਿ ਗਰਾਊਂਡ ਦੇ ਵਿੱਚ ਕੋਈ ਕੋਚ ਹੈ ਨਹੀਂ ਸੀਗਾ ਸਾਨੂੰ ਪ੍ਰੈਕਟਿਸ ਕਰਾਉਣ ਵਾਲਾ। ਅਤੇ ਜਿਹੜੇ ਸਾਡੇ ਤੋਂ ਸੀਨੀਅਰ ਸੀਗੇ ਉਹ ਵੀ ਪਟਿਆਲੇ ਦੇ ਪੋਲੋ ਗਰਾਊਂਡ ਜਾਂ ਮਲਟੀਪਰਪਜ਼ ਸਕੂਲ ਦੇ ਵਿੱਚ ਪ੍ਰੈਕਟਿਸ ਕਰਦੇ ਸੀਗੇ, ਅਤੇ ਮੈਂ ਇਕੱਲਾ ਹੋਣ ਦੇ ਬਜਾਏ ਵੀ ਮੈਂ ਵੀ ਆਸ ਜੀ ਛੱਡ ਗਿਆ। ਅਤੇ ਚਲੋ ਜਿਵੇਂ ਘਰ ਦੇ ਵਿੱਚ ਗਰੀਬੀ ਸੀਗੀ, ਤੰਗੀ ਸੀਗੀ, ਮੈਂ ਅਤੇ ਮੇਰਾ ਭਰਾ ਅਸੀਂ ਜ਼ਿਮੀਂਦਾਰਾਂ ਦੇ ਕੰਮ ਕਰਦੇ ਸੀਗੇ, ਮਤਲਬ ਜਿਵੇਂ ਕਣਕ ਵੱਢਣੀ ਆ ਤਾਂ ਉਹਨਾਂ ਨੇ ਕਣਕ ਦੀ ਜਿਹੜੀ ਤੂੜੀ ਬਣਦੀ ਆ, ਅਸੀਂ ਟਰਾਲੀਆਂ ਤਰਨ ਜਾਣਾ, ਮੈਂ ਅਤੇ ਮੇਰੇ ਭਰਾ ਨੇ, ਦੋਵਾਂ ਜਣਿਆਂ ਨੇ। ਸਾਨੂੰ 60 ਕੁ ਰੁਪਏ ਮਿਲਦੇ ਹੁੰਦੇ ਸੀ ਇੱਕ ਟਰਾਲੀ ਦੇ। ਅਸੀਂ ਦੋਵਾਂ ਜਣਿਆਂ ਨੇ ਤੂੜੀ ਤਾਰਨੀ, ਸਾਨੂੰ ਰਾਤ ਹੀ ਵੱਜ ਜਾਂਦੀ ਹੁੰਦੀ ਸੀਗੀ। ਅਸੀਂ ਸਵੇਰੇ ਜਾਣਾ 9-10 ਵਜੇ ਤੂੜੀ ਤਾਰਨ, ਅਤੇ ਸਾਨੂੰ ਰਾਤ ਦੇ 12-12 1-1 ਵੱਜ ਜਾਂਦੇ ਹੁੰਦੇ ਸੀਗੇ ਟਰਾਲੀਆਂ ਤਾਰਦੇ ਹੋਏ। ਅਤੇ ਇੱਕ ਦਿਨ ਕੀ ਹੋਇਆ, ਜਿਹੜੇ ਮੇਰੇ ਕੋਚ ਸਾਹਿਬ ਸੀਗੇ, ਇੱਕ ਪਟਿਆਲੇ ਦੇ ਕੋਚ ਸਾਹਿਬ ਨੇ, ਸਰਦਾਰ ਹਰਪ੍ਰੀਤ ਸਿੰਘ ਹੁੰਦਲ ਜੀ, ਜਿਨ੍ਹਾਂ ਕਰਕੇ ਮੇਰੀ ਜ਼ਿੰਦਗੀ ਪੂਰੀ ਹੀ ਬਦਲ ਗਈ। ਅਤੇ ਉਹਨਾਂ ਨੇ ਮੈਨੂੰ ਖੇਡਦੇ ਕਿਤੇ ਦੇਖਿਆ ਸੀਗਾ, ਅਤੇ ਉਹਨਾਂ ਨੇ ਮੇਰੇ ਘਰ ਦੇ ਵਿੱਚ ਫ਼ੋਨ ਕੀਤਾ। ਉਦੋਂ ਫ਼ੋਨ ਨਵੇਂ ਚੱਲੇ ਸੀਗੇ, 1100 ਫ਼ੋਨ ਸੀਗਾ ਮੇਰੇ ਫਾਦਰ ਸਾਹਿਬ ਕੋਲ, ਅਤੇ ਉਹਨਾਂ ਨੇ ਮੇਰੇ ਫਾਦਰ ਸਾਹਿਬ ਦੇ ਫ਼ੋਨ 'ਤੇ ਫ਼ੋਨ ਕੀਤਾ। ਉਹਨਾਂ ਨੇ ਕਿਹਾ ਵੀ ਮੇਰੀ ਬਲਜਿੰਦਰ ਨਾਲ ਗੱਲ ਕਰਾਉਣਾ ਜਦੋਂ ਵੀ ਆਇਆ। ਉਹਨਾਂ ਨੇ 2-3 ਵਾਰੀ ਮੇਰੇ ਫਾਦਰ ਸਾਹਿਬ ਦੇ ਫ਼ੋਨ 'ਤੇ ਫ਼ੋਨ ਕਰਤਾ ਸੀਗਾ, ਅਤੇ ਮੈਂ ਰਾਤ ਨੂੰ ਜਦੋਂ 12-12:30 ਵਜੇ ਤੂੜੀ ਤਾਰ ਕੇ ਆਪਣੇ ਭਰਾ ਨਾਲ ਆਇਆ, ਤਾਂ ਮੇਰੇ ਫਾਦਰ ਸਾਹਿਬ ਨੇ ਕਿਹਾ ਵੀ ਕਹਿੰਦੇ ਵੀ ਤੇਰੇ ਕੋਚ ਸਾਹਿਬ ਨੇ ਕੋਈ, ਉਹਨਾਂ ਦਾ ਫ਼ੋਨ ਆਇਆ ਸੀ, ਉਹ ਕਹਿੰਦੇ ਵੀ ਮੇਰੀ ਗੱਲ ਕਰਾ। ਫਿਰ ਮੈਂ ਇੱਕ ਵਾਰੀ ਦਿਮਾਗ ਦੇ ਵਿੱਚ ਆਇਆ ਵੀ ਯਾਰ ਟਾਈਮ ਦੇਖਿਆ ਵੀ 12-12:30 ਹੋ ਰਹੇ ਨੇ, ਵੀ ਜੇ ਮੈਂ ਕਿਤੇ ਉਹਨਾਂ ਨੂੰ ਹੁਣ ਫ਼ੋਨ ਕੀਤਾ ਤਾਂ ਉਹ ਤੰਗ ਹੋਣਗੇ, ਮੈਨੂੰ ਗੁੱਸੇ ਨਾ ਹੋਣ। ਪਹਿਲਾਂ ਮੈਂ ਸੌਣ ਲੱਗਾ, ਫਿਰ ਮੈਂ ਇੱਕ ਵਾਰੀ ਦਿਲ ਦੇ ਵਿੱਚੋਂ ਆਵਾਜ਼ ਆਈ ਵੀ ਕੁਛ ਨਹੀਂ ਹੁੰਦਾ ਹੈਗਾ, ਬਲਜਿੰਦਰ ਸਿੰਘ ਕਰ ਲਾ ਫ਼ੋਨ। ਮੈਂ ਇੱਕ ਵਾਰੀ ਉਹਨਾਂ ਨੂੰ ਫ਼ੋਨ ਕੀਤਾ 12:30 ਵਜੇ ਉਦੋਂ ਰਾਤ ਨੂੰ। ਜਦੋਂ ਮੈਂ ਉਹਨਾਂ ਨੂੰ ਫ਼ੋਨ ਕੀਤਾ ਤਾਂ ਉਹਨਾਂ ਨੂੰ ਫ਼ੋਨ ਚੱਕਿਆ, ਤਾਂ ਮੈਂ ਉਹਨਾਂ ਨੂੰ ਕਿਹਾ, ਮੈਂ ਕੋਚ ਸਾਹਿਬ ਸਤਿ ਸ਼੍ਰੀ ਅਕਾਲ ਜੀ, ਵੀ ਮੈਂ ਬਲਜਿੰਦਰ ਗੱਲ ਕਰ ਰਿਹਾ। ਕੋਚ ਸਾਹਿਬ ਨੇ ਮੈਨੂੰ ਕਿਹਾ, ਕਹਿੰਦੇ ਵੀ ਕੁੱਤੇ ਬੰਦੇ ਕਿੱਥੇ ਆ ਤੂੰ, ਮੈਂ ਤੇਰੇ ਕਿੰਨੇ ਵਾਰੀ ਫ਼ੋਨ ਟਰਾਈ ਕੀਤੇ ਆ। ਕੋਚ ਸਾਹਿਬ ਕਹਿੰਦੇ ਵੀ ਕੱਲ੍ਹ ਟਰਾਇਲ ਆ ਤੇਰੇ ਸਾਈ ਦੇ, ਵੀ ਤੇਰੀ ਸਿਲੈਕਸ਼ਨ ਬੇਟਾ ਹੋ ਜਾਣੀ ਆ, ਤੂੰ ਤਗੜਾ, ਤੂੰ ਇੱਕ ਵਾਰੀ ਆ ਜਾ ਬਸ, ਅਤੇ ਸਵੇਰੇ ਪਹੁੰਚ ਜਾ। ਅਤੇ ਮੈਂ ਉਹਨਾਂ ਨੂੰ ਕਿਹਾ ਵੀ ਕੋਚ ਸਾਹਿਬ ਮੇਰੇ ਸਵੇਰੇ 10ਵੀਂ ਦਾ ਪੇਪਰ ਸੀ ਮੇਰਾ ਫਿਜ਼ੀਕਲ ਦਾ ਪ੍ਰੈਕਟੀਕਲ। ਮੈਂ ਕੋਚ ਸਾਹਿਬ ਮੇਰਾ ਪੇਪਰ ਹੀ ਆ। ਕਹਿੰਦੇ ਮੈਨੂੰ ਨਹੀਂ ਪਤਾ ਹੈਗਾ, ਬਸ ਤੂੰ ਸਵੇਰੇ ਰਾਈਟ 8:30 ਵਜੇ ਪਹੁੰਚ ਜਾ ਮਲਟੀਪਰਪਜ਼ ਸਕੂਲ ਦੇ ਵਿੱਚ। ਅਤੇ ਚਲੋ ਇਹ ਗਿਆ, ਅਤੇ ਅਸੀਂ ਭੁੰਨਰਹੇੜੀ ਆਪਣਾ ਪੇਪਰ ਦੇਣ ਗਿਆ ਮੈਂ ਸਕੂਲ ਦੇ ਵਿੱਚ। ਤਾਂ ਜਿਹੜੇ ਉੱਥੇ ਮੇਰਾ ਫਿਜ਼ੀਕਲ ਪੇਪਰ ਲੈਣਾ ਸੀਗਾ, ਉੱਥੇ ਸਾਡੇ ਮੈਡਮ ਸੀ, ਉਹ ਮੇਰੇ ਜਾਣਕਾਰ ਸੀਗੇ, ਕਿਉਂਕਿ ਉਹਨਾਂ ਵੱਲੋਂ ਮੈਂ ਇੱਕ ਪਹਿਲਾਂ ਸਕੂਲੀ ਸਟੇਟ ਖੇਡਿਆ ਸੀ, ਸਕੂਲੀ ਸਟੇਟ ਦੇ ਵਿੱਚ ਮੇਰਾ ਬਰੋਂਜ਼ ਮੈਡਲ ਸੀਗਾ। ਸੋ ਇਸ ਕਰਕੇ ਮੇਰਾ ਉਹਨਾਂ ਨਾਲ ਕਾਫੀ ਪਿਆਰ ਸੀਗਾ। ਅਤੇ ਮੈਂ ਮੈਡਮ ਨੂੰ ਕਿਹਾ ਕਿ ਮੈਡਮ ਜੀ ਮੇਰੇ ਸਾਈ ਦੇ ਟਰਾਇਲ ਆ, ਮੈਨੂੰ ਜਾਣ ਦਿਓ, ਵੀ ਮੇਰੇ ਪੇਪਰ ਦੇਖ ਲਓ ਜੇ ਕਿਸੇ ਤਰ੍ਹਾਂ ਕੋਈ ਹੱਲ ਹੋ ਸਕਦਾ। ਸੋ ਮੈਡਮ ਨੇ ਮੇਰਾ ਬਹੁਤ ਸਾਥ ਦਿੱਤਾ। ਮੈਡਮ ਕਹਿੰਦੇ ਕੋਈ ਗੱਲ ਨਹੀਂ, ਤੂੰ ਬਸ ਸਿਰਫ ਆਨਸਰ ਸ਼ੀਟ ਦੇ ਉੱਤੇ ਸਿਗਨੇਚਰ ਕਰ ਜਾ, ਬਾਕੀ ਕੋਈ ਗੱਲ ਨਹੀਂ, ਮੈਂ ਆਪੇ ਫਿਲ ਕਰ ਦਾਂਗੀ। ਸੋ ਮੈਂ ਫਿਲ ਕੀਤਾ ਅਤੇ ਮੈਂ ਜਾਣ ਲੱਗਾ। ਮੇਰੇ ਕੋਲ ਪੈਸੇ ਵੀ ਨਹੀਂ ਸੀਗੇ ਕਿਰਾਇਆ ਪਟਿਆਲੇ ਜਾਣ ਵਾਸਤੇ।
ਸੋ ਮੈਂ ਮੈਡਮ ਨੂੰ ਫਿਰ ਔਖਾ ਜਾ ਕੇ ਕਹਿ ਦਿੱਤਾ, ਮੈਂ ਕਿਹਾ ਮੈਡਮ ਜੀ ਜੇ ਮੈਨੂੰ 50-60 ਰੁਪਏ ਬਣਦੇ ਤਾਂ ਦੇ ਦਿਓ ਮੈਡਮ ਜੀ, ਮੇਰੇ ਕੋਲ ਹੈ ਨਹੀਂ ਗੇ ਪੈਸੇ ਜੀ। ਤੋਂ ਮੈਡਮ ਨੇ ਮੈਨੂੰ 50 ਰੁਪਏ ਦਿੱਤੇ ਅਤੇ ਮੈਂ ਉਹੀ ਲੈ ਕੇ ਅਤੇ ਮੇਰੇ ਕੋਲ ਮੈਂ ਖਾਲੀ ਹੱਥੀਂ ਚਲੇ ਗਿਆ ਟਰਾਇਲ ਦੇਣ। ਜਦੋਂ ਮੈਂ ਮਲਟੀਪਰਪਜ਼ ਸਕੂਲ ਦੇ ਵਿੱਚ ਪਹੁੰਚਿਆ, ਕਿਉਂਕਿ ਬੱਸ ਸਟੈਂਡ ਮੈਂ ਉਤਰ ਗਿਆ ਜੀ, ਬੱਸ ਸਟੈਂਡ ਤੋਂ ਫਿਰ ਮੈਂ ਤੁਰ ਕੇ 5-6 ਕਿਲੋਮੀਟਰ ਦਾ ਸਫ਼ਰ ਹੋ ਜਾਂਦਾ ਮਲਟੀਪਰਪਜ਼ ਸਕੂਲ ਦਾ, ਤਾਂ ਮੈਂ ਤੁਰ ਕੇ ਗਿਆ ਰਨਿੰਗ ਲਗਾਉਂਦਾ। ਜਦੋਂ ਮੈਂ ਉੱਥੇ ਪਹੁੰਚਿਆ ਤਾਂ ਦੇਖਿਆ ਉੱਥੇ ਸਾਰਿਆਂ ਦੇ ਟਰਾਇਲ ਖਤਮ ਹੋ ਚੁੱਕੇ ਸੀਗੇ, ਲਿਸਟਾਂ ਬਣਦੀਆਂ ਪਈਆਂ ਸੀਗੀਆਂ, ਕੋਚ ਸਾਹਿਬ ਲਿਸਟਾਂ ਬਣਾ ਰਹੇ ਸੀਗੇ। ਅਤੇ ਜਦੋਂ ਮੈਂ ਉੱਥੇ ਪਹੁੰਚਿਆ ਤਾਂ ਕੋਚ ਸਾਹਿਬ ਨੂੰ ਮਿਲਿਆ, ਕੋਚ ਸਾਹਿਬ ਨੇ ਦੇਖ ਕੇ ਮੈਨੂੰ ਤਾਂ ਉਹ ਬਹੁਤ ਗੁੱਸੇ ਹੋਏ। ਉਹ ਕਹਿੰਦੇ ਵੀ ਤੈਨੂੰ ਮੈਂ 8:30 ਦਾ ਟਾਈਮ ਦਿੱਤਾ ਸੀਗਾ, ਤੂੰ 10 ਵਜੇ ਆ ਰਿਹਾ ਵਾਂ, ਹੁਣ ਤਾਂ ਟਰਾਇਲ ਵੀ ਖਤਮ ਹੋ ਗਏ ਆ। ਕੋਚ ਸਾਹਿਬ ਕਹਿੰਦੇ ਵੀ ਲਿਸਟਾਂ ਬਣ ਰਹੀਆਂ ਨੇ, ਅਤੇ ਕੋਚ ਸਾਹਿਬ ਕਹਿੰਦੇ ਵੀ ਛੇਤੀ ਐਂ ਕਰ ਵੀ ਆਪਣੇ ਕੱਪੜੇ ਤਾਰ, ਕਿੱਟ ਪਾ ਜਿਹੜੀ ਨਾਲ ਲੈ ਕੇ ਆਇਆ, ਅਤੇ ਚੱਲ ਤੇਰੇ ਟਰਾਇਲ ਲਈਏ ਫਿਜ਼ੀਕਲ ਕਾਲਜ ਦੇ ਵਿੱਚ। ਸੋ ਮੈਂ ਕਿੱਟ ਤਾਂ ਨਾਲ ਲੈ ਕੇ ਗਿਆ ਨਹੀਂ ਸੀਗਾ, ਜਿਹੜੀ ਮੈਂ ਥੱਲੇ ਨਿੱਕਰ ਪਾਈ ਹੋਈ ਸੀ, ਮੈਂ ਵਰਦੀ ਤਾਰੀ ਆਪਣੀ, ਮੈਂ 400 ਮੀਟਰ ਟਰੈਕ ਦੇ ਵਿੱਚ ਪਹੁੰਚ ਗਿਆ। ਉਹਨਾਂ ਨੇ ਟਰਾਇਲ ਲੈਣੇ ਸ਼ੁਰੂ ਕੀਤੇ, ਉਹਨਾਂ ਨੇ 1600 ਮੀਟਰ ਲਵਾਈ, ਮੈਂ ਉਹ ਵੀ ਕਲੀਅਰ ਕਰ ਗਿਆ। ਉਹਨਾਂ ਨੇ ਪੁਸ਼ਅਪ, ਡੰਡ ਵਗੈਰਾ ਜੋ ਵੀ ਉਹਨਾਂ ਦਾ ਪ੍ਰੋਟੋਕਾਲ ਸੀਗਾ ਉਹਨਾਂ ਨੇ ਕੀਤਾ, ਅਤੇ ਮੈਂ ਉਹਦੇ ਵਿੱਚੋਂ ਨੰਬਰ 1 'ਤੇ ਆਇਆ। ਕੋਚ ਸਾਹਿਬ ਕਹਿੰਦੇ ਵੀ ਬਸ ਤੇਰੀ ਸਿਲੈਕਸ਼ਨ ਹੋ ਗਈ ਆ, ਹੁਣ +1 ਦੇ ਵਿੱਚ ਤੂੰ ਮਲਟੀਪਰਪਜ਼ ਸਕੂਲ ਦੇ ਵਿੱਚ ਐਡਮਿਸ਼ਨ ਲੈਣੀ ਆ ਬੋਇਜ਼ ਵਾਲੇ 'ਚ। ਮੈਂ ਕੋਚ ਸਾਹਿਬ ਨੂੰ ਕਿਹਾ ਵੀ, ਮੈਂ ਕਿਹਾ ਕੋਚ ਸਾਹਿਬ ਜੀ ਮੈਂ ਐਡਮਿਸ਼ਨ ਤਾਂ ਮੈਂ ਲੈ ਨਹੀਂ ਸਕਦਾ ਹੈਗਾ, ਕਿਉਂਕਿ ਉਹ ਹੈ ਸਰਕਾਰੀ ਸਕੂਲ ਸੀਗਾ ਪਰ ਫੀਸ ਬਹੁਤ ਸੀਗੀ, ਕਿੱਥੇ ਮੈਂ ਉੱਥੇ ਜਮੀ ਘੱਟ ਖਰਚੇ 'ਤੇ ਪੜ੍ਹਦਾ ਸੀਗਾ। ਸੋ ਟੀਚਰ ਵੀ ਮੇਰਾ ਸਾਥ ਦੇ ਦਿੰਦੇ ਸੀਗੇ। ਸੋ ਮੈਨੂੰ ਹਰਪ੍ਰੀਤ ਕੋਚ ਸਾਹਿਬ ਨੇ ਕਿਹਾ ਵੀ, ਕਹਿੰਦੇ ਬੇਟਾ ਕੋਈ ਗੱਲ ਨਹੀਂ, ਤੂੰ ਫੀਸ ਦੀ ਟੈਨਸ਼ਨ ਨਾ ਲੈ, ਤੇਰਾ ਕੋਈ ਖਰਚਾ ਨਹੀਂ ਹੈਗਾ, ਤੂੰ ਬਸ ਇੱਥੇ ਪ੍ਰੈਕਟਿਸ ਕਰਨੀ ਆ। ਮੈਂ ਕਿਹਾ ਚਲੋ ਠੀਕ ਆ ਜੀ। ਚਲੋ ਮੈਂ ਉੱਥੋਂ +1 ਦੇ ਵਿੱਚ ਮੈਂ ਉੱਥੇ ਐਡਮਿਸ਼ਨ ਲੈ ਲਈ, ਅਤੇ ਸਗੋਂ ਫਿਰ ਮੈਨੂੰ ਜਦੋਂ ਆਉਣਾ ਜਾਣਾ ਪੈਂਦਾ ਸੀਗਾ, ਮੈਨੂੰ 25 ਕਿਲੋਮੀਟਰ ਮਲਟੀਪਰਪਜ਼ ਸਕੂਲ ਮੈਨੂੰ ਮੇਰੇ ਪਿੰਡ ਤੋਂ ਪੈਂਦਾ ਹੁੰਦਾ ਸੀਗਾ। ਮੈਂ ਸਵੇਰੇ ਤੜਕੇ 3 ਵਜੇ ਉੱਠਣਾ, ਸਾਈਕਲ ਚੱਕਣਾ, ਸਾਈਕਲ ਦੇ ਵਿੱਚ ਮੈਂ ਮਲਟੀਪਰਪਜ਼ ਸਕੂਲ ਦੇ ਵਿੱਚ ਆਉਣਾ ਪ੍ਰੈਕਟਿਸ ਕਰਨ ਵਾਸਤੇ, ਫਿਰ ਘਰੇ ਜਾਣਾ, ਫਿਰ ਮੈਂ ਸ਼ਾਮੀ 3 ਵਜੇ ਤੁਰਨਾ, ਫਿਰ ਮੈਂ 4-4:30 ਪਹੁੰਚਣਾ, ਫਿਰ ਪ੍ਰੈਕਟਿਸ ਕਰਨੀ, ਅਤੇ ਫਿਰ ਮੈਂ ਰਾਤ ਨੂੰ ਸਾਈਕਲ ਦੇ ਉੱਤੇ ਵਾਪਸ ਆਉਣਾ 9-10 ਵਜੇ। ਜਾਣੀ ਕਿ ਮੈਂ ਇੱਕ ਦਿਨ ਦੇ ਵਿੱਚ 100 ਕਿਲੋਮੀਟਰ ਸਾਈਕਲ ਚਲਾਉਂਦਾ ਹੁੰਦਾ ਸੀਗਾ। ਇਹ ਪ੍ਰੋਸੈਸ ਮੇਰਾ 3 ਮਹੀਨੇ ਲਗਾਤਾਰ ਚੱਲਦਾ ਰਿਹਾ। ਮੈਂ 3 ਮਹੀਨੇ 100 ਕਿਲੋਮੀਟਰ ਸਾਈਕਲ ਚਲਾਇਆ। ਸੋ ਇਸੀ ਤਰ੍ਹਾਂ ਫਿਰ ਸਕੂਲ ਲੱਗਣੇ ਸ਼ੁਰੂ ਹੋ ਗਏ ਮਲਟੀ ਦੇ ਵਿੱਚ। ਇਸੀ ਤਰ੍ਹਾਂ ਮੈਂ ਸਾਈਕਲ 'ਤੇ ਹੁੰਦਾ ਸੀਗਾ। ਕੋਚ ਸਾਹਿਬ ਲੱਗੇ ਕਹਿਣ ਵੀ, ਕਹਿੰਦੇ ਵੀ ਬਲਜਿੰਦਰ ਵੀ ਤੂੰ ਸਾਈਕਲ 'ਤੇ ਆਉਂਦਾ ਵਾਂ, ਤੂੰ ਇੱਥੇ ਸਗੋਂ ਪ੍ਰੈਕਟਿਸ ਵੀ ਕਰਦਾ ਵਾਂ, ਫਿਰ ਪੜ੍ਹਦਾ ਵੀ ਆ, ਕਿਉਂਕਿ ਮੈਨੂੰ ਉੱਥੇ ਹੀ ਰਹਿਣਾ ਪੈਂਦਾ ਸੀ। ਕੋਚ ਸਾਹਿਬ ਕਹਿੰਦੇ ਵੀ ਤੂੰ ਥੱਕ ਵੀ ਜਾਂਦਾ ਵਾਂ, ਕਿਉਂ ਨਾ ਤੂੰ ਇੱਥੇ ਕਮਰਾ ਲੈ ਲਾ। ਮੈਂ ਕਿਹਾ ਕੋਚ ਸਾਹਿਬ ਜੀ ਕਮਰਾ ਤਾਂ ਵੀ ਆਪਾਂ ਲੈ ਲਾਂਗੇ, ਪਰ ਮੇਰੇ ਕੋਲ ਪੈਸੇ ਨਹੀਂ ਹੈਗੇ ਕਿਰਾਇਆ ਦੇਣ ਵਾਸਤੇ, ਕਿਰਾਇਆ ਵੀ ਚਾਹੀਦਾ, ਸਗੋਂ ਖਾਣਾ ਪੀਣਾ ਘਰ ਦੇ ਤਾਂ ਮੈਂ ਖਾ ਵੀ ਲੈਂਦਾ ਜੀ। ਉਹ ਕਹਿੰਦੇ ਕੋਈ ਗੱਲ ਨਹੀਂ, ਤੇਰੀ ਜਿੰਨੀ ਅਸੀਂ ਹੈਲਪ ਹੋਈ ਤਾਂ ਅਸੀਂ ਤੇਰੀ ਹੈਲਪ ਕਰਾਂਗੇ, ਤੂੰ ਚੁੱਪ ਕਰਕੇ ਇੱਥੇ ਕਮਰਾ ਦੇਖ। ਸੋ ਮੈਂ ਮਲਟੀ ਦੇ ਲਾਗੇ ਇੱਕ ਕਮਰਾ ਦੇਖ ਲਿਆ, ਜਿਹਦਾ 1000-1200 ਰੁਪਇਆ ਰੈਂਟ ਸੀਗਾ। ਮੈਂ ਕੋਚ ਸਾਹਿਬ ਨੂੰ ਦੱਸਿਆ ਅਤੇ ਆਪਣੇ ਘਰਦਿਆਂ ਨੂੰ ਦੱਸਿਆ। ਸੋ ਮੇਰੇ ਘਰਦਿਆਂ ਨੇ ਸ਼ੁਰੂ ਤੋਂ ਹੀ ਮੈਨੂੰ ਬਹੁਤ ਸਪੋਰਟ ਕੀਤੀ ਹੈ। ਨਾ ਹੀ ਉਹਨਾਂ ਨੇ ਪੁੱਛਿਆ ਵੀ ਕਿ ਤੂੰ ਕੀ ਕਰਦਾ, ਕੀ ਕਰਨ ਜਾਂਦਾ ਵਾ। ਸੋ ਮੈਂ ਆਪਣੇ ਘਰਦਿਆਂ ਨੂੰ ਕਿਹਾ ਵੀ ਮੈਂ ਪਟਿਆਲੇ ਰਹਿਣਾ ਵਾ, ਵੀ ਮੈਨੂੰ ਉੱਥੇ ਕਿਰਾਇਆ ਚਾਹੀਦਾ ਵਾ ਥੋੜ੍ਹਾ ਬਹੁਤਾ। ਤਾਂ ਮੇਰੇ ਡੈਡੀ ਜੀ ਕਹਿੰਦੇ ਕੋਈ ਗੱਲ ਨਹੀਂ ਪੁੱਤ, ਤੂੰ ਜਿੰਨਾ ਹੋ ਸਕਦਾ ਤੂੰ ਦਿਲੋਂ ਮਿਹਨਤ ਕਰ, ਅਸੀਂ ਤੈਨੂੰ ਪੂਰੀ ਸਪੋਰਟ ਕਰਾਂਗੇ। ਸੋ ਮੇਰੇ ਘਰੋਂ ਵੀ ਥੋੜ੍ਹੇ ਬਹੁਤ ਮੈਂ ਪੈਸੇ ਲਿਆਂਦਾ ਰਿਹਾ, ਅਤੇ ਜੋ ਮੇਰੇ ਕੋਚ ਸਾਹਿਬ ਨੇ ਸਰਦਾਰ ਹਰਪ੍ਰੀਤ ਸਿੰਘ ਹੁੰਦਲ ਜੀ, ਉਹਨਾਂ ਨੇ ਮੇਰੀ ਬਹੁਤ ਸਪੋਰਟ ਕੀਤੀ। ਉਹ ਮੈਨੂੰ ਕਮਰੇ ਦਾ ਰੈਂਟ ਵੀ ਦਿੰਦੇ ਰਹੇ, ਖਾਣ ਲਈ ਵੀ ਮੈਨੂੰ ਥੋੜ੍ਹੇ ਬਹੁਤ ਪੈਸੇ ਦਿੰਦੇ ਰਹੇ। ਜਦ ਕਿ ਉਹ ਮੈਨੂੰ, ਮੈਂ ਅੱਜ ਤੱਕ ਕਦੇ ਕਿ ਆਪਣੇ ਪੈਸਿਆਂ ਦੇ ਮੈਂ ਸ਼ੂਜ਼ ਵਗੈਰਾ ਨਹੀਂ ਲਏ ਹੈਗੇ। ਉਹ ਮੈਨੂੰ ਸਪੋਰਟਸ ਕਿੱਟ, ਟਰੈਕ ਸੂਟ, ਸਪੋਰਟਸ ਸ਼ੂਜ਼ ਮੈਨੂੰ ਹਰਪ੍ਰੀਤ ਕੋਚ ਸਾਹਿਬ ਆਪਣੇ ਵੱਲੋਂ ਹੀ ਦਿੰਦੇ ਹੁੰਦੇ ਸੀਗੇ ਪੈਸਿਆਂ 'ਤੇ। ਤਾਂ ਉਹਨਾਂ ਨੇ ਮੈਨੂੰ ਪਰਚੀ ਬਣਾ ਕੇ ਦੇ ਦੇਣੀ। ਉਹਨੇ ਕਹਿਣਾ ਜਾਂ ਤੂੰ ਟਰੈਕ ਸੂਟ ਲਿਆ, ਜਾਂ ਤੂੰ ਉਹ ਲਿਆ ਸ਼ੂਜ਼। ਮੇਰੇ ਸ਼ੂਜ਼ ਸਗੋਂ ਪਟ ਜਾਂਦੇ ਹੁੰਦੇ ਸੀਗੇ, ਗੁੱਠੇ ਬਾਹਰ ਨਿਕਲ ਜਾਂਦੇ ਹੁੰਦੇ ਸੀਗੇ, ਅਤੇ ਜਦੋਂ ਗੁੱਠੇ ਬਾਹਰ ਨਿਕਲ ਜਾਣੇ, ਮੈਂ ਅੰਦਰ ਗੁੱਠੇ ਨੂੰ ਨਾ ਲੁਕੋਈ ਜਾਂਦਾ ਹੁੰਦਾ ਸੀ ਅੰਦਰ ਜਿਹਨੂੰ ਕਰਕੇ। ਜਦੋਂ ਸਾਡੀ ਸਾਰਿਆਂ ਨੂੰ ਕੋਚ ਸਾਹਿਬ ਨੇ ਇਕੱਠੇ ਕਰਨਾ, ਤਾਂ ਮੈਂ ਪੈਰ ਅੰਦਰ ਨੂੰ ਕਰੀ ਜਾਣਾ ਵੀ ਲੋਕਾਂ ਨੇ ਕਹਿਣਾ, ਕਿਉਂਕਿ ਮਲਟੀਪਰਪਜ਼ ਸਕੂਲ ਦੇ ਵਿੱਚ ਸਾਰੇ ਜਿਹੜੇ ਸਪੋਰਟਸਮੈਨ ਸੀਗੇ, ਬਾਕਸਿੰਗ ਕਰਦੇ ਸੀਗੇ, ਤਗੜੇ ਘਰਾਂ ਦੇ ਮੁੰਡੇ ਸੀਗੇ, ਸਾਰਿਆਂ ਨੇ ਵਧੀਆ ਸ਼ੂਜ਼ ਐਡੀਡਾਸ, ਨਾਈਕੀ ਦੇ ਪਾਏ ਹੁੰਦੇ ਸੀਗੇ ਬ੍ਰਾਂਡ ਦੇ, ਅਤੇ ਮੇਰੇ ਕੋਲ ਪਾਟੇ ਜਿਹੇ ਸ਼ੂਜ਼ ਹੁੰਦੇ ਸੀ, ਗੁੱਠਾ ਬਾਹਰ ਨਿਕਲਣ 'ਤੇ ਮੈਂ ਲੁਕੋਈ ਜਾਂਦਾ ਹੁੰਦਾ ਸੀਗਾ। ਅਤੇ ਕੋਚ ਸਾਹਿਬ ਦੇਖ ਲੈਂਦੇ ਹੁੰਦੇ ਸੀਗੇ ਵੀ ਇਹਦੇ ਸ਼ੂਜ਼ ਪਟ ਗਏ ਆ। ਜਦੋਂ ਮੈਂ ਪ੍ਰੈਕਟਿਸ ਕਰਨੀ ਤਾਂ ਕੋਚ ਸਾਹਿਬ ਨੇ ਕਹਿਣਾ ਵੀ ਬਲਜਿੰਦਰ ਉਰੇ ਆ, ਅਤੇ ਉਹਨਾਂ ਨੇ ਬੁਲਾ ਕੇ ਮੈਨੂੰ ਪਰਚੀ ਜਿਹੀ ਕੱਟ ਕੇ ਦੇ ਦੇਣੀ। ਉਹਨਾਂ ਨੇ ਕਹਿਣਾ ਵੀ ਬਲਜਿੰਦਰ ਜਾ, ਤੂੰ ਜਾ ਕੇ ਸ਼ੂਜ਼ ਲਾਈ ਬੇਟਾ, ਤੇਰੇ ਸ਼ੂਜ਼ ਪਟ ਗਏ ਆ। ਅਤੇ ਉਦੋਂ ਦਿਲ ਨੂੰ ਬਹੁਤ ਉਹ ਹੋਣਾ ਵੀ ਮੈਨੂੰ ਯਾਰ ਇੰਨੀ ਸਪੋਰਟ ਕਰਦੇ ਨੇ, ਵੀ ਕੋਚ ਸਾਹਿਬ ਇੰਨੀ ਮੈਨੂੰ ਸਪੋਰਟ ਕਰ ਰਹੇ ਨੇ, ਜੇ ਮੈਂ ਹੁਣ ਵੀ ਕੁਝ ਨਾ ਕਰਕੇ ਦਿਖਾਇਆ ਨਾ ਤਾਂ ਫਿਰ ਤਾਂ ਮੇਰੇ 'ਤੇ ਲਾਹਨਤ ਆ। ਅਤੇ ਮੈਂ ਸ਼ੂਜ਼ ਲੈ ਕੇ ਆਉਣੇ। ਇਸੀ ਤਰ੍ਹਾਂ ਪ੍ਰੈਕਟਿਸ ਕਰਕੇ ਸਾਰੇ 6-7 ਵਜੇ ਚਲੇ ਜਾਂਦੇ ਹੁੰਦੇ ਸੀਗੇ, ਅਤੇ ਮੈਂ 9-9 ਵਜੇ ਤੱਕ ਨਹੀਂ ਸੀ ਜਾਂਦਾ ਹੁੰਦਾ। ਮੈਂ 3-4 ਸਾਲ ਲਗਾਤਾਰ ਮਿਹਨਤ ਕੀਤੀ, ਪਰ ਮੇਰਾ ਕਿਸੇ ਪਾਸਿਓਂ ਮੈਡਲ ਨਹੀਂ ਆਇਆ। ਨਾ ਮੇਰਾ ਸਟੇਟ ਦੇ ਵਿੱਚ ਮੈਡਲ ਆਇਆ, ਡਿਸਟ੍ਰਿਕਟ 'ਚੋਂ ਮੇਰੀ ਸਿਲੈਕਸ਼ਨ ਹੋ ਜਾਣੀ, ਮੇਰਾ ਸਟੇਟ ਦੇ ਵਿੱਚ ਮੈਡਲ ਨਹੀਂ ਆਉਣਾ ਹੈਗਾ। ਅਤੇ ਜਦੋਂ ਮੇਰਾ ਮੈਡਲ ਨਹੀਂ ਆਉਣਾ ਹੈਗਾ ਤਾਂ ਮੈਂ ਦਿਲ ਹਾਰ ਜਾਣਾ ਆਪਣਾ। ਅਤੇ ਫਿਰ ਇੱਕ ਵਾਰ ਮੇਰੇ ਨਾਲ ਉਹੀ ਗੱਲ ਹੋਈ, ਜਦੋਂ ਮੇਰਾ ਮੈਡਲ ਨਹੀਂ ਆਇਆ ਸਟੇਟ ਦੇ ਵਿੱਚ, ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ। ਅਤੇ ਮੈਨੂੰ ਇਹ ਹੋਇਆ ਵੀ ਯਾਰ ਉਹੀ ਮੇਰੇ ਪਿੰਡ ਵਾਲੀ ਗੱਲ ਯਾਦ ਆ ਗਈ, ਵੀ ਜਿਹੜੇ ਮੈਨੂੰ ਕਹਿੰਦੇ ਸੀਗੇ ਵੀ ਗੱਠੂ ਜਿਹਾ ਜਾ ਚੱਲ ਜਾ, ਵੀ ਤੇਰੇ ਵੱਸ ਦਾ ਕੰਮ ਨਹੀਂ ਹੈਗਾ ਇਹ। ਅਤੇ ਮੈਨੂੰ ਫਿਰ ਉਹੀ ਗੱਲ ਮੈਨੂੰ ਸਹੀ ਲੱਗਣੀ ਸ਼ੁਰੂ ਹੋ ਗਈ ਵੀ ਵਾਕਈ ਯਾਰ ਸਹੀ ਗੱਲ ਆ। ਵੀ ਦੇਖੋ, ਨਾ ਤਾਂ ਮੇਰਾ ਵਾਲੀਬਾਲ ਦੇ ਵਿੱਚ ਕੁਛ ਬਣਿਆ ਸੀਗਾ, ਅਤੇ ਨਾ ਮੇਰਾ ਬਾਕਸਿੰਗ ਦੇ ਵਿੱਚ ਬਣਦਾ ਹੈਗਾ। ਬਾਕਸਿੰਗ ਦੇ ਵਿੱਚ ਵੀ ਲੰਬੇ ਬੰਦੇ ਕਾਮਯਾਬ ਆ, ਅਤੇ ਵਾਲੀਬਾਲ ਦੇ ਵਿੱਚ ਵੀ। ਮੈਂ ਕਿਹਾ ਯਾਰ ਛੋਟੇ ਬੰਦਿਆਂ ਦਾ ਦੁਨੀਆ ਦੇ ਉੱਤੇ ਜੰਮਣਾ ਹੀ ਬੇਕਾਰ ਆ। ਬਸ ਮੈਂ ਇਸ ਆਸ ਦੇ ਉਸ ਦਿਨ ਸਾਰੀ ਰਾਤ ਨਹੀਂ ਸੁੱਤਾ ਹੈਗਾ ਜਿੱਦਣ ਮੇਰਾ ਮੈਡਲ ਨਹੀਂ ਆਇਆ ਹੈਗਾ। ਸੋ
ਮੇਰੇ ਨਾਲ ਇੱਕ ਮੁੰਡਾ ਹੁੰਦਾ ਸੀ ਹੋਰ ਨੈਣਾ ਕੋਟ ਦਾ ਕਮਲਜੀਤ, ਤੇ ਉਹ ਮੈਨੂੰ ਕਹਿਣ ਲੱਗਾ, ਕਹਿੰਦਾ ਕੋਈ ਗੱਲ ਨਹੀਂ ਬਲਜਿੰਦਰ, ਕਹਿੰਦਾ ਹਿੰਮਤ ਨਹੀਂ ਹਾਰੀ ਦੀ, ਤੇ ਕਹਿੰਦਾ ਕੁਛ ਨਹੀਂ ਹੁੰਦਾ, ਆਪਾਂ ਮਿਹਨਤ ਕਰਾਂਗੇ, ਕਹਿੰਦਾ ਹੋਰ ਮੈਡਲ, ਕਹਿੰਦਾ ਹੁਣ ਨਹੀਂ, ਕਹਿੰਦਾ ਆਪਣਾ ਅਗਲੀ ਵਾਰ ਆਊਗਾ, ਕਹਿੰਦਾ ਰੱਬ ਜ਼ਰੂਰ ਦੇਖਦਾ ਆਪਣੀ ਮਿਹਨਤ, ਕਹਿੰਦਾ ਆਪਾਂ ਨੂੰ ਫਲ ਜ਼ਰੂਰ ਮਿਲੂਗਾ। ਚਲੋ ਹਿੰਮਤ ਕਰਦੇ ਕਰਦੇ ਪ੍ਰੈਕਟਿਸ ਕਰੀਏ, ਹੌਲੀ ਹੌਲੀ ਕਰੀਏ। ਸੋ ਕੋਚ ਸਾਹਿਬ ਨੇ ਵੀ ਦੇਖਣਾ, ਕੋਚ ਸਾਹਿਬ ਕਹਿੰਦੇ ਵੀ ਯਾਰ ਇਹਦਾ ਮੈਡਲ ਤਾਂ ਆਉਂਦਾ ਨਹੀਂ ਹੈਗਾ, ਇਹ ਇੰਨੀ ਮਿਹਨਤ ਕਰ ਰਿਹਾ ਵਾ, ਤੇ ਇੰਨੀ ਮਿਹਨਤ ਕਰਨ ਦੇ ਬਾਵਜੂਦ ਮੈਂ ਪ੍ਰੈਕਟਿਸ ਕਰੀ ਜਾਂਦਾ ਹੁੰਦਾ। ਮੈਨੂੰ ਉਦੋਂ ਮੈਂ ਸੱਚ ਦੱਸਾਂ, ਮੈਨੂੰ ਇਹ ਵੀ ਨਹੀਂ ਸੀ ਪਤਾ ਵੀ ਕਿ ਮਿਹਨਤ ਕਹਿੰਦੇ ਕਿਹਨੂੰ ਆ। ਮੈਂ ਬਸ ਸਿਰਫ ਪ੍ਰੈਕਟਿਸ ਕਰੀ ਜਾਂਦਾ ਹੁੰਦਾ ਸੀ। ਸਾਰਿਆਂ ਨੇ ਪ੍ਰੈਕਟਿਸ ਕਰਕੇ ਆਪਣੇ ਘਰੇ ਚਲੇ ਜਾਣਾ, ਅਸੀਂ ਲੱਗੇ ਰਹਿਣਾ 8-8 9-9 ਵਜੇ ਤੱਕ ਪ੍ਰੈਕਟਿਸ ਕਰਨ, ਕਿਉਂਕਿ ਅਸੀਂ ਰੋਟੀ ਖਾਣ ਜਾਂਦੇ ਸੀ, ਗੁਰਦੁਆਰਾ ਸਾਹਿਬ ਜਾਂਦੇ ਹੁੰਦੇ ਸੀਗੇ ਲੰਗਰ ਖਾਣ ਵਾਸਤੇ, ਤੇ ਅਸੀਂ ਲੰਗਰ ਖਾ ਕੇ ਆ ਜਾਣਾ, ਤੇ ਜਾਂ ਫਿਰ ਸਾਡੇ ਕੋਲ ਰੋਟੀ ਜੋਗੇ ਪੈਸੇ ਤਾਂ ਹੁੰਦੇ ਨਹੀਂ ਹੈਗੇ ਸੀਗੇ ਇੰਨੇ, ਜਿੰਨੇ ਕੁ ਹੁੰਦੇ ਸੀ ਖਾ ਪੀ ਲੈਂਦੇ ਹੁੰਦੇ, ਜਦੋਂ ਮੁੱਕ ਜਾਣੇ। ਹੁਣ ਅਸੀਂ ਘਰੋਂ ਵੀ ਕਿੰਨੇ ਕੁ ਮੰਗੀ ਚੱਲੀਏ, ਅਸੀਂ ਕਿਹੜਾ ਮਤਲਬ ਵੀ ਲੈਂਡ ਲੋਨ ਸੀਗੇ, ਘਰੋਂ ਵੀ ਗਰੀਬ ਪਰਿਵਾਰ ਤੋਂ ਸੀਗੇ, ਤੇ ਕੋਚ ਸਾਹਿਬ ਕੋਲੋਂ ਵੀ ਪੈਸੇ ਮੰਗਣ ਦੇ ਸਾਨੂੰ ਸੰਗ ਹੁੰਦੀ ਸੀਗੀ। ਤੇ ਅਸੀਂ ਕੀ ਕਰਨਾ, ਤਿੰਨਾਂ ਜਣਾਂ ਨੇ 5-5 10-10 ਰੁਪਏ ਪਾ ਕੇ ਨਾ ਅਸੀਂ ਦੁੱਧ ਲੈ ਕੇ ਆਉਣਾ 10 ਰੁਪਏ ਦਾ, ਤੇ ਅਸੀਂ ਚਾਹ ਬਣਾ ਲੈਣੀ ਜੱਗ ਭਰ ਕੇ, ਚਾਹ ਬਣਾ ਲੈਣੀ, ਤੇ ਪਾਰਲੇ ਜੀ ਬਿਸਕੁਟ ਲਿਆਣੇ। ਅਸੀਂ ਤਿੰਨਾਂ ਜਣਾਂ ਨੇ ਉਹ ਚਾਹ ਦਾ ਜੱਗ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੀ ਜਾਣਾ, ਗਰਮ ਕਰ ਕਰਕੇ ਉਹੀ ਪੀ ਜਾਂਦੇ ਹੁੰਦੇ ਸੀ ਅਸੀਂ ਤਿੰਨੇ ਜਣੇ, ਤੇ ਪਾਰਲੇ ਜੀ ਬਿਸਕੁਟ ਖਾਈ ਜਾਂਦੇ ਹੁੰਦੇ ਸੀਗੇ। ਤੇ ਅਸੀਂ ਪਾਰਲੇ ਜੀ ਬਿਸਕੁਟ ਖਾਣੇ ਨਾਲ ਚਾਹ ਪੀ ਜਾਣੀ। ਉਹੀ ਮੇਰੇ ਨਾਲ ਦੇ ਨੇ ਮੈਨੂੰ ਮਜ਼ਾਕ ਕਰਨਾ, ਉਹਨੇ ਕਹਿਣਾ ਵੀ ਆਪਾਂ ਤਾਂ ਇਹੀ ਚਾਹ ਪੀ ਜਾਂਦੇ ਹਾਂ। ਮੈਂ ਕੁਝ ਨਹੀਂ ਹੁੰਦਾ ਗਾ, ਆਪਣੇ ਵਾਸਤੇ ਪ੍ਰੋਟੀਨ ਸਾਰਾ ਕੁਛ ਇਹੀ ਆ, ਤੂੰ ਖਿੱਚੀ ਚੱਲ, ਕੁਛ ਨਹੀਂ ਹੁੰਦਾ। ਬੰਦਾ ਮੈਂ ਕਿਹਾ ਦਿਲੋਂ ਤਗੜਾ ਹੁੰਦਾ ਵਾ, ਇਹਨਾਂ ਦੇ ਡਾਈਟ ਡੂਟ ਦੇ ਵਿੱਚ ਕੁਛ ਨਹੀਂ ਹੈਗਾ। ਸੋ ਮਿਹਨਤ ਕਰਦੇ ਜਾਣਾ। ਇੱਕ ਦਿਨ ਕੀ ਹੋਇਆ, ਮੇਰੀ ਮਿਹਨਤ ਰੰਗ ਲਈ, ਮੈਂ ਜੂਨੀਅਰ ਦੇ ਵਿੱਚੋਂ ਸਟੇਟ ਦੇ ਵਿੱਚੋਂ ਮੇਰਾ ਗੋਲਡ ਮੈਡਲ ਆਇਆ ਮੇਰਾ। ਉਦੋਂ ਮੈਨੂੰ ਮੇਰੀ ਮਿਹਨਤ ਦਾ ਫਲ ਹੋਇਆ, ਉਦੋਂ ਮੈਨੂੰ ਥੋੜ੍ਹੀ ਜਿਹੀ ਆਸ ਜਾਗੀ, ਹਾਂ ਵੀ ਮੈਂ ਕੁਛ ਕਰ ਸਕਦਾ ਵਾਂ। ਅਤੇ ਉਸ ਤੋਂ ਬਾਅਦ ਫਿਰ ਸਕੂਲੀ ਸਟੇਟ ਹੋਈ ਅੰਡਰ 19 ਦੀ ਵੀ, ਉਹਦੇ ਵਿੱਚ ਵੀ ਮੇਰਾ ਗੋਲਡ ਆਇਆ। ਫਿਰ ਦਿੱਲੀ ਦੇ ਵਿੱਚ ਮੇਰੀ ਨੈਸ਼ਨਲ ਹੋਈ, ਨੈਸ਼ਨਲ ਦੇ ਵਿੱਚੋਂ ਵੀ ਮੇਰਾ ਗੋਲਡ ਮੈਡਲ ਆਇਆ ਮੇਰਾ। ਅਤੇ ਇੱਕ ਦਿਨ ਮੈਂ ਪ੍ਰੈਕਟਿਸ ਕਰਦਾ ਪਿਆ ਸੀਗਾ, ਅਤੇ ਸਾਨੂੰ ਸੰਧੂ ਬ੍ਰਦਰ ਨੇ, ਸਾਡੇ ਸਿੱਧੂ ਬ੍ਰਦਰ ਚਕਰ ਤੋਂ, ਉਹਨਾਂ ਨੇ ਸਪੋਂਸਰ ਕੀਤਾ ਸੀਗਾ ਕਿਊਬਾ ਦੇ ਵਿੱਚ ਜਾਣ ਵਾਸਤੇ। ਅਤੇ ਉਹਨਾਂ ਨੇ ਕਿਹਾ ਸੀਗਾ ਵੀ ਸਾਨੂੰ ਬੱਚੇ ਚਾਹੀਦੇ, ਅਤੇ ਕੋਚ ਸਾਹਿਬ ਕਹਿੰਦੇ ਸੀ ਵੀ ਬਲਜਿੰਦਰ ਨੂੰ ਲੈ ਕੇ ਜਾਵਾਂਗੇ ਅਸੀਂ, ਕਿਉਂਕਿ ਬਲਜਿੰਦਰ ਬਹੁਤ ਮਿਹਨਤੀ ਆ। ਉਹਨਾਂ ਨੇ, ਕੋਚ ਸਾਹਿਬ ਨੇ ਮੇਰਾ ਬਹੁਤ ਸਾਥ ਦਿੱਤਾ, ਅਤੇ ਉਹਨਾਂ ਨੇ ਮੈਨੂੰ ਕਿਊਬਾ ਦੇ ਵਿੱਚ ਲੈ ਕੇ ਜਾਣ ਵਾਸਤੇ ਮੈਨੂੰ ਕਿਹਾ ਵੀ ਤੈਨੂੰ ਕਿਊਬਾ ਲੈ ਕੇ ਜਾਵਾਂਗੇ, ਤੂੰ ਆਪਣਾ ਪਾਸਪੋਰਟ ਬਣਵਾ ਲਾ। ਸੋ ਮੈਂ ਕਦੇ ਜ਼ਿੰਦਗੀ ਦੇ ਵਿੱਚ ਇਹ ਨਹੀਂ ਸੀ ਸੋਚਿਆ ਵੀ ਯਾਰ, ਕਦੇ ਮੈਂ ਟ੍ਰੇਨ ਜ਼ਰੂਰ ਦੇਖੀ ਸੀ, ਨੇੜਿਓਂ ਦੇਖੀ ਸੀ, ਪਰ ਮੈਂ ਜ਼ਿੰਦਗੀ ਦੇ ਵਿੱਚ ਕਦੇ ਵੀ ਟ੍ਰੇਨ ਦੇ ਵਿੱਚ ਨਹੀਂ ਮੈਂ ਬੈਠਿਆ ਹੈਗਾ। ਸੋ ਜਹਾਜ਼ ਦੀ ਤਾਂ ਬਹੁਤ ਦੂਰ ਦੀ ਗੱਲ ਆ। ਅਤੇ ਮੈਂ ਟ੍ਰੇਨ ਦੇ ਵਿੱਚ ਜਦੋਂ ਮੈਂ ਕੰਪੀਟੀਸ਼ਨ ਖੇਡਣ ਗਿਆ, ਦਿੱਲੀ ਦੇ ਵਿੱਚ ਨੈਸ਼ਨਲ ਹੋਈ ਸੀਗੀ, ਅਤੇ ਉਦੋਂ ਮੈਂ ਦਿੱਲੀ ਜਾ ਕੇ ਖੇਡਿਆ। ਅਤੇ ਫਿਰ ਉਸ ਤੋਂ ਬਾਅਦ ਮੈਨੂੰ ਜਹਾਜ਼ ਦੇ ਵਿੱਚ ਮੈਂ ਸਫ਼ਰ ਕੀਤਾ ਜਾ ਕੇ, ਜਦੋਂ ਮੈਂ ਪਹਿਲੀ ਵਾਰ ਜਹਾਜ਼ ਦੇ ਵਿੱਚ ਜਾ ਕੇ ਮੈਂ ਸਫ਼ਰ ਕੀਤਾ, ਉਦੋਂ ਮੈਨੂੰ ਬਹੁਤ ਵਧੀਆ ਮਤਲਬ ਫੀਲ ਹੋਇਆ। ਸੋ ਫਿਰ ਉਦੋਂ ਮੈਨੂੰ ਇੱਕ ਆਸ, ਆਪਣੀ ਜਿਹੜੀ ਜ਼ਿੰਦਗੀ ਦੀ ਹੈ, ਮੈਨੂੰ ਇੱਕ ਆਸ ਨਵੀਂ ਦਿਖਣੀ ਸ਼ੁਰੂ ਹੋ ਗਈ। ਇਸੇ ਤਰ੍ਹਾਂ ਸਿਲਸਿਲਾ ਚੱਲਦਾ ਰਿਹਾ। ਮੈਂ ਕਿਊਬਾ ਤੋਂ ਆਇਆ, ਫਿਰ ਮੈਂ ਇੰਟਰਵਰਸਿਟੀ ਖੇਡਿਆ, ਇੰਟਰਵਰਸਿਟੀ ਦੇ ਵਿੱਚ ਮੇਰਾ ਮਤਲਬ ਵੀ ਮੈਡਲ ਆਇਆ। ਇਸੇ ਤਰ੍ਹਾਂ ਜਦੋਂ ਮੈਂ ਬੋਕਸਿੰਗ ਦੇ ਵਿੱਚ ਆਇਆ, ਤਾਂ ਬੋਕਸਿੰਗ ਨੇ ਮੈਨੂੰ ਬਹੁਤ ਕੁਝ ਦਿੱਤਾ। ਅਤੇ ਮੈਂ ਭਰਤੀ ਦੇਖੀ, ਪਹਿਲਾਂ ਮੈਂ 2009 ਦੇ ਵਿੱਚ ਮੈਂ ਭਰਤੀ ਦੇਖੀ ਬੋਕਸਿੰਗ ਦੀ, ਸਪੋਰਟਸ ਕੋਟੇ ਦੇ ਵਿੱਚ। ਮੈਨੂੰ ਨਹੀਂ ਸੀ ਪਤਾ ਕਿ ਸਪੋਰਟਸ ਕੋਟੇ ਦੇ ਵਿੱਚ ਵੀ ਬੋਕਸਿੰਗ ਦੇ ਵਿੱਚ, ਪੰਜਾਬ ਪੁਲਿਸ ਦੇ ਵਿੱਚ ਕਿਸੇ ਵੀ ਗੇਮਾਂ ਨੂੰ ਪੁਲਿਸ ਦੇ ਵਿੱਚ ਭਰਤੀ ਕਰ ਲੈਂਦੇ ਆ। ਮੈਨੂੰ ਇਹ ਗੱਲ ਦਾ ਨਹੀਂ ਸੀ ਪਤਾ। ਨਾ ਹੀ ਮੈਂ ਭਰਤੀ ਹੋਣ ਬਾਰੇ ਆਇਆ ਸੀਗਾ, ਮੈਨੂੰ ਤਾਂ ਐਸੀ ਵੀ ਚਲੋ ਗੇਮ ਖੇਡਾਂਗੇ, ਕੁਛ ਵਧੀਆ ਲੈਵਲ ਤੱਕ ਖੇਡਾਂਗੇ। ਅਤੇ ਐਕਚੁਅਲੀ ਮੈਨੂੰ ਕੋਚ ਸਾਹਿਬ ਨੇ ਭੇਜਤਾ, ਕਹਿੰਦੇ ਵੀ ਬਲਜਿੰਦਰ ਉੱਥੇ ਭਰਤੀ ਹੁੰਦੀ ਹੋਈ ਆ, ਵੀ ਤੁਹਾਡੇ 2 ਵੇਟ ਮੰਗੇ ਨੇ, ਤੁਸੀਂ ਉੱਥੇ ਖੇਡਣ ਵਾਸਤੇ ਜਾਓ। ਮੈਂ ਜਦੋਂ ਉੱਥੇ ਪੁਲਿਸ ਦੇ ਵਿੱਚ ਭਰਤੀ ਦੇਖਣ ਵਾਸਤੇ ਗਿਆ, ਤਾਂ ਮੈਂ ਉੱਥੇ ਟ੍ਰੇਲਾਂ ਦੇ ਵਿੱਚ ਰਹਿ ਗਿਆ, ਮੇਰੀ ਸਿਲੈਕਸ਼ਨ ਨਹੀਂ ਹੋਈ ਹੈਗੀ ਉੱਥੇ। ਸੋ ਫਿਰ ਯਾਰ ਆਇਆ ਵੀ ਮਨ ਉਦਾਸ ਜਿਹਾ ਹੋ ਗਿਆ। ਮੈਂ ਕਿਹਾ ਨਹੀਂ ਯਾਰ, ਮੈਂ ਭਰਤੀ ਨਹੀਂ ਹੋਇਆ ਹੈਗਾ। ਜਿਹੜੇ ਮੇਰੇ ਨਾਲ ਦੇ ਮੁੰਡੇ ਸੀਗੇ ਉਹ ਭਰਤੀ ਹੋ ਚੁੱਕੇ ਸੀਗੇ, ਅਤੇ ਮੈਂ ਰਹਿ ਗਿਆ ਸੀਗਾ। ਫਿਰ ਉਸ ਤੋਂ ਬਾਅਦ 2010-11 ਦੇ ਵਿੱਚ ਭਰਤੀ ਹੋਈ, ਉਦੋਂ ਫਿਰ ਮੈਂ ਭਰਤੀ ਦੇ ਟ੍ਰਾਇਲ ਦੇਣ ਵਾਸਤੇ ਗਿਆ। ਉਦੋਂ ਮੇਰੀ ਸਿਲੈਕਸ਼ਨ ਤਾਂ ਮਤਲਬ ਵੀ ਹੋ ਗਈ ਸੀ, ਪਰ ਉਹ ਭਰਤੀ ਹੋਈ ਨਹੀਂ ਹੈਗੀ। ਪਤਾ ਨਹੀਂ ਕੋਈ ਪਿੱਛੋਂ ਹੀ ਕੋਈ DGP ਸਾਹਿਬ ਦੇ ਹੁਕਮਾਂ ਅਨੁਸਾਰ ਹੀ ਮਤਲਬ ਉਹ ਭਰਤੀ ਰੱਦ ਹੋ ਗਈ, ਉਹਦੇ ਵਿੱਚ ਮੈਂ ਭਰਤੀ ਨਹੀਂ ਹੋਇਆ ਹੈਗਾ। ਸੋ ਫਿਰ ਅਗਲੀ ਵਾਰੀ ਫਿਰ ਮੈਂ ਭਰਤੀ ਦੇਣ ਗਿਆ 2011 ਦੇ ਵਿੱਚ, ਪੰਜਾਬ ਪੁਲਿਸ ਦੇ ਵਿੱਚ ਸਪੋਰਟਸ ਕੋਟੇ ਦੇ ਵਿੱਚ। ਜਦੋਂ ਮੈਂ ਕਾਫੀ ਵੇਟ ਘਟਾਇਆ ਸੀ, ਮੈਂ 15-16 ਕਿੱਲੋ ਵੇਟ ਘਟਾ ਕੇ ਗਿਆ ਸੀਗਾ ਮੈਂ 52 ਕਿੱਲੋ ਦੇ ਵਿੱਚ। ਸੋ ਮੈਂ ਪਾਣੀ ਤੱਕ ਨਹੀਂ ਮੂੰਹ ਨੂੰ ਲਾ ਰਿਹਾ ਸੀਗਾ, ਮੇਰਾ ਮੂੰਹ ਜਮੀ ਸੁੱਕਿਆ ਪਿਆ ਸੀਗਾ। ਜਦੋਂ ਅਸੀਂ ਉੱਥੇ ਟ੍ਰਾਇਲ ਦੇਣ ਗਏ, ਤਾਂ ਉਹਨਾਂ ਨੇ ਕਹਿ ਤਾ ਵੀ ਯਾਰ, ਕਹਿੰਦੇ ਵੀ ਇੱਥੇ ਤਾਂ ਕੱਦ ਦੇ ਵਿੱਚ ਬਾਹਰ ਕੱਢ ਰਹੇ ਨੇ, ਜਿਹਦੀ ਹਾਈਟ ਹੈਗੀ ਆ 5 ਫੁੱਟ 7 ਇੰਚ, ਮਤਲਬ ਵੀ ਉਹੀ ਭਰਤੀ ਹੋਏਗਾ, ਅਤੇ ਛੋਟੀ ਹਾਈਟ ਵਾਲੇ ਨੂੰ ਬਾਹਰ ਕੱਢ ਰਹੇ ਨੇ। ਸੋ ਫਿਰ ਉਹ ਮੇਰੇ ਗੱਲ ਦਿਮਾਗ ਦੇ ਵਿੱਚ ਬਹਿ ਗਈ ਵੀ ਯਾਰ, ਇੱਥੇ ਮੈਨੂੰ ਲੱਗਦਾ ਭਰਤੀ ਨਹੀਂ ਕਰਨਾ ਹੈਗਾ। ਪਰ ਦਿਮਾਗ 'ਚ ਮੇਰੇ ਕੀੜਾ ਜ਼ਰੂਰ ਸੀਗਾ ਵੀ ਹੁਣ ਪੁਲਿਸ ਦੇ ਵਿੱਚ ਹੀ ਭਰਤੀ ਹੋਣਾ ਵਾ, ਜੋ ਮਰਜ਼ੀ ਹੋ ਜੇ। ਪਰ ਜਦੋਂ ਮੈਂ ਉੱਥੇ ਵੇਟ ਦਿੱਤਾ, ਆਪਣਾ ਵੇਟ ਦੇ ਕੇ ਜਦੋਂ ਵਾਪਸ ਆਏ,
ਹੈ ਨਾ। ਅਤੇ ਮੈਨੂੰ ਲੱਗੇ ਕਹਿੰਦੇ ਵੀ ਕੱਦ ਵਾਲਿਆਂ ਦਾ ਕੋਈ ਮਤਲਬ ਵੀ ਉਹ ਨਹੀਂ ਹੈਗਾ ਇੱਥੇ, ਵੀ ਜਿਹਦੀ ਹਾਈਟ 5'7" ਵਾ ਉਹਨੂੰ ਹੀ ਭਰਤੀ ਕਰਨਗੇ। ਮੈਂ ਇੱਕ ਵਾਰੀ ਤਾਂ ਸੋਚਿਆ, ਮੈਂ ਕਿਹਾ ਵੀ ਚਲੋ ਕੁਛ ਨਹੀਂ ਹੁੰਦਾ ਯਾਰ, ਚੱਲਦੇ ਹਾਂ ਵਾਪਸ। ਪਰ ਮੈਂ ਇੱਕ ਵਾਰੀ ਰੁਕ ਗਿਆ, ਮੈਂ ਕੁਛ ਨਹੀਂ ਹੁੰਦਾ ਹੈਗਾ ਯਾਰ, ਜਿੱਥੇ ਇੰਨਾ ਕੁਛ ਹੋ ਗਿਆ ਤਾਂ ਇੱਕ ਵਾਰੀ 1 ਘੰਟਾ ਵਾ, 1 ਘੰਟਾ ਦੇਖਣ ਦੇ ਵਿੱਚ ਕੀ ਆਪਣਾ ਜਾਂਦਾ ਵਾ। ਸੋ ਚਲੋ ਅਸੀਂ ਸਾਡੇ ਟ੍ਰੇਲ ਹੋਏ, ਟ੍ਰੇਲਾਂ ਦੇ ਵਿੱਚ ਮੈਂ ਸਾਰਿਆਂ ਨੂੰ, ਜਿਹੜੇ ਮੇਰੇ ਵੇਟ ਦੇ ਵਿੱਚ ਸੀਗੇ 5-6 ਮੇਰੇ ਨਾਲ ਸੀਗੇ ਜਿਹੜੇ ਮੇਰੇ ਓਪੋਨੈਂਟ, ਉਹਨਾਂ ਨੂੰ ਮੈਂ ਸਾਰਿਆਂ ਨੂੰ ਹਰਾਇਆ। ਮੈਂ ਉਹਨਾਂ ਦੇ ਵਿੱਚੋਂ ਵਿਨਰ ਰਿਹਾ ਮੈਂ। ਅਤੇ ਉਹਨਾਂ ਨੇ ਮੁੜ ਕੇ ਜਿਹੜੇ ਸਾਡੇ ADGP ਸਾਹਿਬ ਸੀਗੇ, ਉਹਨਾਂ ਨੇ ਪੁੱਛਿਆ ਸਾਡੇ ਬਾਰੇ, ਅਤੇ ਜਿਹੜੇ ਮੇਰੇ ਕੋਚ ਸਾਹਿਬ ਨੇ ਬੋਕਸਿੰਗ ਦੇ, ਜਿਹੜੇ ਪੰਜਾਬ ਪੁਲਿਸ ਦੇ ਵਿੱਚ ਐਜ਼ ਇੰਸਪੈਕਟਰ ਨੇ, ਖੇਮਚੰਦ ਕੋਚ ਸਾਹਿਬ, ਉਹਨਾਂ ਨੇ ਕਿਹਾ ਵੀ ਇਹ ਬੱਚੇ ਦੀ ਮੈਨੂੰ ਲੋੜ ਆ। ਪਰ ਮੇਰਾ ਕੱਦ ਉਦੋਂ 5 ਫੁੱਟ 3.25 ਇੰਚ ਸੀਗਾ ਜੀ। ਅਤੇ ਉਹਨਾਂ ਨੇ ਕਹਿਤਾ ਸੀ ਵੀ ਇਹਦੀ ਹਾਈਟ ਛੋਟੀ ਆ, ਵੀ ਇਹਨੂੰ ਅਸੀਂ ਭਰਤੀ ਨਹੀਂ ਕਰਾਂਗੇ। ਅਤੇ ਚਲੋ ਉਹ ਚਲੇ ਗਿਆ। ਵੀ ਉਦੋਂ ਵੀ ਗੱਲ, ਜਦੋਂ ਮੈਂ ਵਾਪਸ ਜਲੰਧਰ ਤੋਂ ਪਟਿਆਲੇ ਆ ਰਿਹਾ ਸੀਗਾ ਬੱਸ ਦੇ ਵਿੱਚ, ਬਸ ਮੈਂ ਇਹੀ ਸੋਚੀ ਗਿਆ ਵੀ ਯਾਰ ਮੈਨੂੰ ਨਹੀਂ ਲੱਗਦਾ ਵੀ ਮੈਂ ਭਰਤੀ ਹੋਊਂਗਾ ਜਾਂ ਕਿਵੇਂ ਆ, ਵੀ ਕਿਉਂਕਿ ਕੱਦ ਮੇਰਾ ਫਿਰ ਛੋਟਾ ਰਹਿ ਗਿਆ। ਬਸ ਉਹੀ ਪੁਰਾਣੀਆਂ ਗੱਲਾਂ ਮੇਰੇ ਦਿਮਾਗ ਦੇ ਉੱਤੇ ਆਉਣ ਲੱਗ ਗਈਆਂ। ਮੈਂ ਕਿਹਾ ਵੀ ਯਾਰ ਦਿਮਾਗ ਦੇ ਵਿੱਚ ਸੋਚ ਲਿਆ ਵੀ ਯਾਰ ਬਸ ਬੋਕਸਿੰਗ ਕਰਨੀ ਹੀ ਨਹੀਂ ਹੈਗੀ, ਮੇਰੇ ਮਨੋਂ ਹੀ ਉਤਰ ਗਈ ਸੀਗੀ। ਮੈਂ ਕਿਹਾ ਕਿਉਂਕਿ ਕੱਦ ਵਾਲੇ ਦਾ ਕੋਈ ਫਾਇਦਾ ਨਹੀਂ ਹੈਗਾ। ਮੈਂ ਕਿਹਾ ਜਾਂਦੇ ਹਾਂ ਯਾਰ, ਆਪਾਂ ਜਾ ਕੇ ਦੇਖਦੇ ਹਾਂ, ਕੋਈ ਫਰੂਟਾਂ ਫਰਾਟਾਂ ਦੀ ਰੇਹੜੀ ਰੂਹੜੀ ਲਾ ਲਾਂਗੇ, ਜਾਂ ਕਿਸੇ ਜ਼ਿਮੀਂਦਾਰ ਵਗੈਰਾ ਦੇ ਕੰਮ ਕਰ ਲਾਂਗੇ। ਕਿਉਂਕਿ ਸ਼ੁਰੂ ਤੋਂ ਵਿੱਚ ਅਸੀਂ, ਜਿਵੇਂ ਮੈਂ ਬਹੁਤ ਜ਼ਿਆਦਾ ਗਰੀਬੀ ਦੇਖੀ ਆ, ਸਾਡੇ ਸਾਰੇ ਪਰਿਵਾਰ ਵਾਲੇ, ਅਸੀਂ ਜ਼ਿਮੀਂਦਾਰਾਂ ਦੇ ਝੋਨਾ ਵਗੈਰਾ ਵੀ ਲਗਾਉਂਦੇ ਰਹੇ ਹਾਂ ਅਸੀਂ, ਅਤੇ ਸਿੱਟੇ ਵਗੈਰਾ ਵੀ ਮੈਂ ਚੁੱਕਦਾ ਰਿਹਾ ਵਾਂ ਮੈਂ ਖੇਤਾਂ ਦੇ ਵਿੱਚ ਜਾ ਕੇ। ਮੈਂ ਕਿਹਾ ਲੱਗਦਾ ਉਹੀ ਜ਼ਿੰਦਗੀ ਹੀ ਆਪਣੇ ਲੇਖੇ ਲਿਖੀ ਹੋਈ ਹੈ, ਵੀ ਆਪਾਂ ਨੂੰ ਉਹੀ ਕਰਨਾ ਪੈਣਾ ਵਾ। ਸੋ ਚਲੋ ਮੈਂ ਗਰਾਊਂਡ ਦੇ ਵਿੱਚ ਆਇਆ, ਜਦੋਂ ਹਫ਼ਤੇ 10 ਦਿਨ ਬਾਅਦ ਰਿਜ਼ਲਟ ਆ ਗਿਆ ਸੀ ਜਿਹੜੀ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਈ ਸੀਗੀ। ਅਤੇ ਉਸ ਤੋਂ ਬਾਅਦ ਜਦੋਂ ਭਰਤੀ ਹੋਈ, ਅਤੇ ਜਿਹੜੇ ਮੇਰੇ ਤੋਂ ਹਾਰੇ ਸੀਗੇ ਮੁੰਡੇ, ਉਹਨਾਂ ਦੀ ਸਿਲੈਕਸ਼ਨ ਹੋ ਗਈ ਸੀਗੀ, ਕਿਉਂਕਿ ਉਹਨਾਂ ਦੀ ਹਾਈਟ ਜ਼ਿਆਦਾ ਸੀਗੀ, ਮੇਰੀ ਹਾਈਟ ਘੱਟ ਸੀਗੀ, ਅਤੇ ਮੇਰਾ ਨਾਂ ਨਹੀਂ ਆਇਆ ਹੈਗਾ। ਅਤੇ ਮੈਨੂੰ ਜਦੋਂ ਪਤਾ ਲੱਗਾ ਵੀ ਲਿਸਟ ਲੱਗ ਗਈ ਆ, ਵੀ ਉਹਨਾਂ ਦਾ ਨਾਂ ਹੈਗਾ ਵਾ ਪੰਜਾਬ ਪੁਲਿਸ ਦੀ ਭਰਤੀ ਦੇ ਵਿੱਚ, ਮੇਰਾ ਨਾਂ ਨਹੀਂ ਹੈਗਾ, ਉਦੋਂ ਮੈਂ ਜਮੀ ਆਪਣੇ ਹਥਿਆਰ ਸੁੱਟ ਗਿਆ ਸੀਗਾ। ਮੈਂ ਮਨੋਂ ਉਤਰ ਗਿਆ ਸੀ ਮੇਰੇ ਕੋਲ। ਮੈਂ ਕਿਹਾ ਯਾਰ ਮੈਂ ਕੁਛ ਨਹੀਂ ਕਰਨਾ ਹੈਗਾ, ਬਸ ਵੀ ਹੁਣ ਮੇਰਾ ਦਿਲ ਹੀ ਨਹੀਂ ਕਰਦਾ ਹੈਗਾ ਬੋਕਸਿੰਗ ਕਰਨ ਨੂੰ। ਮੈਂ ਘਰੇ ਚੱਲ ਜਾਣਾ, ਜਾ ਕੇ ਆਪਣੇ ਫਾਦਰ ਸਾਹਿਬ ਨਾਲ ਕੰਮ ਵਗੈਰਾ ਕਰਾਵਾਂਗਾ, ਜੋ ਵੀ ਹੁੰਦਾ ਵਾ। ਬਟ ਕੀ ਹੋਇਆ ਵੀ ਪਰਮਾਤਮਾ ਨੇ, ਵਾਹਿਗੁਰੂ ਨੇ ਮੇਰੀ ਸੁਣ ਲਈ। ਉਦੋਂ 2 ਕੁ ਦਿਨ ਬਾਅਦ ਸਾਡੇ ਜਿਹੜੇ ਪੰਜਾਬ ਪੁਲਿਸ ਦੇ ਕੋਚ ਨੇ, ਉਹਨਾਂ ਦਾ ਫੋਨ ਆਇਆ ਸਾਡੇ ਮੇਰੇ ਕੋਚ ਸਰਦਾਰ ਹਰਪ੍ਰੀਤ ਸਿੰਘ ਹੁੰਦਲ ਜੀ ਨੂੰ। ਉਹਨਾਂ ਨੇ ਕਿਹਾ ਵੀ ਬਲਜਿੰਦਰ ਨੂੰ ਹਾਈ ਕੋਰਟ ਨੇ 3.25 ਇੰਚ ਦੀ ਛੂਟ ਦੇ ਕੇ ਉਹਨੂੰ ਭਰਤੀ ਕਰ ਲਿਆ ਵਾ ਪੰਜਾਬ ਪੁਲਿਸ ਦੇ ਵਿੱਚ। ਜੋ ਕੋਚ ਸਾਹਿਬ ਨੇ ਮੈਨੂੰ ਬੁਲਾਇਆ, ਮੈਂ ਬਾਹਰ ਬੱਚਿਆਂ ਨੂੰ ਪ੍ਰੈਕਟਿਸ ਕਰਵਾ ਰਿਹਾ ਸੀ, ਕੋਚ ਸਾਹਿਬ ਨੇ ਮੈਨੂੰ ਬੁਲਾ ਕੇ ਮੈਨੂੰ ਜੱਫੀ ਪਾਈ, ਗਲ ਲਾਇਆ, ਅਤੇ ਕੋਚ ਸਾਹਿਬ ਨੇ ਮੈਨੂੰ 500 ਰੁਪਇਆ ਕੱਢ ਕੇ ਦਿੱਤਾ। ਕਹਿੰਦੇ ਬਲਜਿੰਦਰ ਮੁਬਾਰਕਾਂ ਪੁੱਤ, ਤੂੰ ਭਰਤੀ ਹੋ ਗਿਆ ਪੰਜਾਬ ਪੁਲਿਸ ਦੇ ਵਿੱਚ। ਹੁਣੇ ਫੋਨ ਆਇਆ ਮੈਨੂੰ, ਅਤੇ ਕਹਿੰਦੇ ਆਹ ਜਲੇਬੀਆਂ ਲੈ ਕੇ ਆ 500 ਰੁਪਏ ਦੀਆਂ, ਭਰਤੀ ਤੂੰ ਹੋਇਆ ਵਾ, ਜਲੇਬੀਆਂ ਮੈਂ ਵੰਡੂਗਾ। ਮੈਨੂੰ ਤੇਰੇ ਭਰਤੀ ਹੋਣ ਦੀ ਬਹੁਤ ਖੁਸ਼ੀ ਆ, ਤੂੰ ਬਹੁਤ ਜ਼ਿਆਦਾ ਮਿਹਨਤ ਕੀਤੀ ਆ। ਸੋ ਉਦੋਂ ਮੈਨੂੰ ਬਹੁਤ ਖੁਸ਼ੀ ਹੋਈ। ਤਾਂ ਫਿਰ ਜਦੋਂ ਮੈਂ ਸ਼ਾਮ ਨੂੰ ਘਰੇ, ਮੈਂ ਆਪਣੇ ਜਿੱਥੇ ਕਮਰੇ ਦੇ ਵਿੱਚ ਰਹਿੰਦੇ, ਮੈਂ ਘਰੇ ਜਾ ਕੇ ਕਿਸੇ ਤੋਂ ਫੋਨ ਲੈ ਕੇ ਫੋਨ ਕੀਤਾ ਆਪਣੇ ਡੈਡੀ ਜੀ ਨੂੰ। ਮੈਂ ਕਿਹਾ ਵੀ ਡੈਡੀ ਜੀ ਮੈਂ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋ ਗਿਆ। ਮੈਂ ਡੈਡੀ ਜੀ ਕਹਿੰਦੇ ਕਾਹਨੂੰ ਮਜ਼ਾਕ ਕਰਦਾ। ਮੇਰੇ ਘਰ ਵਾਲਿਆਂ ਨੂੰ ਵਿਸ਼ਵਾਸ ਹੀ ਨਹੀਂ ਹੋਇਆ ਹੈਗਾ ਕਿ ਮੈਂ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋ ਗਿਆ, ਕਿਉਂਕਿ ਮੇਰਾ ਭਰਾ ਵਾ ਜਿਹੜਾ, ਉਹਦੀ ਹਾਈਟ ਬਹੁਤ ਜ਼ਿਆਦਾ 5 ਫੁੱਟ 9 ਇੰਚ ਹਾਈਟ ਆ। ਉਹਨੇ ਬਹੁਤ ਸਾਰੀਆਂ ਭਰਤੀਆਂ ਦੇਖੀਆਂ, ਘੱਟੋ ਘੱਟ ਉਹਨੇ 100 ਦੇ ਨੇੜੇ ਤੇੜੇ ਪੰਜਾਬ ਪੁਲਿਸ ਤੇ ਆਰਮੀ ਦੀ ਭਰਤੀਆਂ ਦੇਖੀਆਂ, ਜਦ ਕਿ ਉਹ ਭਰਤੀ ਨਹੀਂ ਹੋਇਆ ਹੈਗਾ। ਉਹ ਕਹਿੰਦੇ ਜਦ ਤੇਰਾ ਭਰਾ ਨਹੀਂ ਭਰਤੀ ਹੋਇਆ ਹੈਗਾ, ਤੂੰ ਤਾਂ ਫਿਰ ਵੀ ਕੱਦ ਦੇ ਵਿੱਚ ਛੋਟਾ ਜਿਹਾ, ਤੂੰ ਕਿੱਥੇ ਭਰਤੀ ਹੋ ਜਾਏਗਾ। ਮੈਂ ਉਹਨਾਂ ਨੂੰ ਕਿਹਾ ਨਹੀਂ ਵੀ ਮੈਂ ਸੱਚੀ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋ ਗਿਆ। ਉਹ ਕਹਿੰਦੇ ਚੱਲ ਠੀਕ ਆ, ਜੇ ਹੋ ਗਿਆ ਤਾਂ ਠੀਕ ਆ, ਪਰ ਤੂੰ ਰੌਲਾ ਨਾ ਪਾਈ ਕਿਸੇ ਪਾਸੇ ਵੀ ਜਾ ਕੇ। ਮੈਂ ਕਿਹਾ ਠੀਕ ਆ ਜੀ। ਬਸ ਇਸੇ ਤਰ੍ਹਾਂ ਸਿਲਸਿਲਾ ਚੱਲਦਾ ਰਿਹਾ। ਮੇਰਾ ਮੈਡੀਕਲ ਹੋਇਆ ਪੰਜਾਬ ਪੁਲਿਸ ਵਿੱਚ, ਬਰਨਾਲੇ ਜ਼ਿਲ੍ਹੇ ਦਾ ਨੰਬਰ ਮਿਲਿਆ ਮੈਨੂੰ, ਅਤੇ ਮੈਂ ਹੁਣ ਪੰਜਾਬ ਪੁਲਿਸ ਦੇ ਵਿੱਚ ਮੈਂ ਐਜ਼ ਏ ਸੀਨੀਅਰ ਕੌਂਸਟੇਬਲ ਸਪੋਰਟਸ ਕੋਟੇ ਦੇ ਵਿੱਚ ਮੈਂ ਜਲੰਧਰ ਵਿਖੇ ਆਪਣੀ ਸੇਵਾ ਨਿਭਾ ਰਿਹਾ ਵਾਂ। ਹਜੇ ਵੀ ਮੈਂ ਪੰਜਾਬ ਪੁਲਿਸ ਦੇ ਬੋਕਸਿੰਗ ਟੀਮ ਦੇ ਵਿੱਚ ਹਾਂ, ਅਤੇ ਬੋਕਸਿੰਗ ਮੈਂ ਖੇਡ ਰਿਹਾ ਵਾਂ ਮੈਂ। ਅਤੇ ਇਸੀ ਤਰ੍ਹਾਂ ਜਦੋਂ ਵੀ ਮੈਂ ਸਪੋਰਟਸ ਦੇ ਵਿੱਚ ਆਇਆ ਵਾਂ ਤਾਂ ਮੈਨੂੰ ਬਹੁਤ ਜ਼ਿਆਦਾ ਬੈਨੀਫਿਟ ਮਿਲਿਆ ਵਾ। ਮੈਨੂੰ ਇੱਥੋਂ ਤੱਕ ਅਹਿਸਾਸ ਹੋ ਚੁੱਕਿਆ ਕਿ ਕਹਿੰਦੇ ਆ ਵੀ ਜਿਹੜਾ ਬੰਦੇ ਦਾ ਕੱਦ ਛੋਟਾ ਵਾ ਉਹ ਜ਼ਿੰਦਗੀ ਦੇ ਵਿੱਚ ਕੁਛ ਨਹੀਂ ਕਰ ਸਕਦਾ। ਇਹ ਸਿਰਫ ਆਪਣੀ ਸੋਚਣੀ ਆ, ਆਪਣੀ ਸੋਚ ਨੂੰ ਬਦਲੋ। ਜੇ ਤੁਹਾਡਾ ਮਕਸਦ, ਤੁਹਾਡਾ ਗੋਲ, ਤੁਹਾਡਾ ਏਮ ਜ਼ਿੰਦਗੀ ਦੇ ਵਿੱਚ ਕੁਛ ਕਰਨ ਦੇ ਲਈ ਹੈਗਾ, ਤਾਂ ਤੁਹਾਨੂੰ ਜ਼ਿੰਦਗੀ ਦੇ ਵਿੱਚ ਦੁਨੀਆ ਦੀ ਐਸੀ ਕੋਈ ਤਾਕਤ ਨਹੀਂ ਬਣੀ ਹੈਗੀ ਜਿਹੜੀ ਤੁਹਾਨੂੰ ਤੁਹਾਡੀ ਮੰਜ਼ਿਲ ਤੱਕ ਪਹੁੰਚਾਉਣ ਲਈ ਤੁਹਾਨੂੰ ਰੋਕ ਸਕੇ। ਤੁਸੀਂ ਇੱਕ ਨਾ ਇੱਕ ਦਿਨ ਆਪਣੀ ਮੰਜ਼ਿਲ 'ਤੇ ਜ਼ਰੂਰ ਪਹੁੰਚੋਗੇ। ਬਸ ਤੁਹਾਡੇ ਅੰਦਰ ਇੱਕ ਜਜ਼ਬਾ ਹੋਣਾ ਚਾਹੀਦਾ, ਤੁਹਾਡਾ ਗੋਲ ਏਮ ਤੁਹਾਡੇ ਦਿਮਾਗ ਦੇ ਅੰਦਰ ਸੈੱਟ ਹੋਣਾ ਚਾਹੀਦਾ। ਉਸ ਗੋਲ ਏਮ ਨੂੰ ਆਪਣੇ ਦਿਮਾਗ ਦੇ ਵਿੱਚ ਰੱਖ ਕੇ ਆਪਣੀ ਪ੍ਰੈਕਟਿਸ, ਆਪਣਾ ਕੰਮ ਉਸ ਤਰੀਕੇ ਨਾਲ ਤੁਸੀਂ ਕਰਦੇ ਜਾਓ। ਸੋ ਹਰਪ੍ਰੀਤ ਕੋਚ ਸਾਹਿਬ ਜਿਹੜੇ ਨੇ ਮੇਰੇ, ਮੈਂ ਉਹਨਾਂ ਬਾਰੇ ਕਹਿਣਾ ਚਾਹਾਂਗਾ 2 ਮਿੰਟ ਦੇ ਲਈ। ਜਿਹੜੇ ਮੇਰੇ ਬਾਕਸਿੰਗ ਦੇ ਕੋਚ ਨੇ ਸਰਦਾਰ ਹਰਪ੍ਰੀਤ ਸਿੰਘ ਹੁੰਦਲ ਜੀ, ਉਹ ਮੇਰੇ ਲਈ ਇੱਕ ਰੱਬ ਬਣ ਕੇ ਆਏ। ਉਹਨਾਂ ਦੀ ਬਦੌਲਤ ਹੀ ਜਿਹੜੀ ਅੱਜ ਮੇਰੀ ਅਚੀਵਮੈਂਟ ਆ, ਅੱਜ ਮੈਂ ਗਰੀਬ ਪਰਿਵਾਰ ਤੋਂ ਉੱਠ ਕੇ ਅੱਜ ਇੰਨੇ ਵੱਡੇ ਲੈਵਲ 'ਤੇ ਆਇਆ। ਮੈਂ ਆਪਣੀ ਜ਼ਿੰਦਗੀ ਤੋਂ ਬਹੁਤ ਜ਼ਿਆਦਾ ਖੁਸ਼ ਹਾਂ। ਮੈਂ ਕਦੇ ਸੋਚਿਆ ਨਹੀਂ ਸੀਗਾ ਵੀ ਮੈਂ ਇੰਨਾ ਕੁਛ ਵੀ ਅਚੀਵ ਕਰ ਲਾਂਗਾ। ਮੈਂ ਕਦੇ ਇਹ ਨਹੀਂ ਸੀ ਸੋਚਿਆ ਵੀ ਯਾਰ ਮੈਂ ਟ੍ਰੇਨ ਦੇ ਵਿੱਚ ਸਫ਼ਰ ਕਰ ਲਾਂਗਾ, ਜਹਾਜ਼ ਦੇ ਵਿੱਚ ਮੈਂ ਸਫ਼ਰ ਕਰ ਲਾਂਗਾ। ਪਰ ਉਹਨਾਂ ਦੀ ਬਦੌਲਤ ਮੈਂ ਟ੍ਰੇਨ ਦੇ ਵਿੱਚ
ਬਹੁਤ ਜ਼ਿਆਦਾ ਸਫ਼ਰ ਕੀਤਾ ਅਤੇ ਜਹਾਜ਼ਾਂ ਦਾ ਵਿੱਚ ਵੀ ਮੈਂ ਹੁਣ ਸਫ਼ਰ ਕਰ ਰਿਹਾ ਅਤੇ ਹਜੇ ਤੱਕ ਮੇਰਾ ਜਹਾਜ਼ਾਂ ਦੇ ਵਿੱਚ ਸਫ਼ਰ ਕਰਨ ਦਾ ਸਿਲਸਿਲਾ ਚੱਲ ਰਿਹਾ। ਉਹਨਾਂ ਦੀ ਬਦੌਲਤ ਹੀ ਮੈਂ ਅੱਜ ਇੱਕ ਫਿਲਮ ਡਾਇਰੈਕਟਰ ਬਣਿਆ, ਰਾਈਟਰ ਬਣਿਆ, ਸਿੰਗਰ ਬਣਿਆ ਅਤੇ ਪੰਜਾਬ ਪੁਲਿਸ ਦੇ ਵਿੱਚ ਮੈਂ ਜੋਬ ਕਰ ਰਿਹਾ ਵਾਂ ਬਾਕਸਿੰਗ ਦੇ ਵਿੱਚ। ਅਤੇ ਮੇਰੇ ਟੂਰ ਨੇ ਮੇਰੇ, ਅਤੇ ਮੈਂ ਇੰਡੀਆ ਦੀ ਕੋਈ ਥਾਂ ਨਹੀਂ ਹੈਗੀ ਜਿੱਥੇ ਮੈਂ ਸਟੇਟ ਦੇ ਵਿੱਚ ਖੇਡਣ ਨਾ ਗਿਆ ਹੋਵਾਂ ਮੈਂ। ਅਤੇ ਨਾਲ ਹੀ ਮੈਂ ਮੋਟੀਵੇਸ਼ਨਲ ਸਪੀਕਰ ਹਾਂ ਜੀ। ਸੋ ਇਹ ਮੈਂ ਕਹਿੰਦਾ ਹੋਇਆ ਵੀ ਤੁਹਾਨੂੰ ਸਿਰਫ ਇੱਕੋ ਚੀਜ਼ ਕਹਾਂਗੀ, ਆਪਣੇ ਆਪ 'ਤੇ ਵਿਸ਼ਵਾਸ ਰੱਖੋ। ਅਗਰ ਤੁਹਾਨੂੰ ਆਪਣੇ ਆਪ ਦੇ ਉੱਤੇ ਵਿਸ਼ਵਾਸ ਹੈ ਤਾਂ ਦੁਨੀਆ ਦੀ ਐਸੀ ਕੋਈ ਚੀਜ਼ ਨਹੀਂ ਹੈਗੀ ਜਿਹੜੀ ਤੁਹਾਨੂੰ ਤੁਹਾਡੀ ਕਾਮਯਾਬੀ ਤੱਕ ਹੋਣ 'ਤੇ ਰੋਕ ਸਕੇ। ਅਖੀਰ ਦੇ ਵਿੱਚ ਮੈਂ ਜੋਸ਼ ਟੋਕ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਨੇ ਮੈਨੂੰ ਇੱਥੇ ਆ ਕੇ ਐਡੇ ਵੱਡੇ ਮੰਚ ਦੇ ਉੱਤੇ ਬੋਲਣ ਦਾ ਮੌਕਾ ਦਿੱਤਾ। ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੀ। ਥੈਂਕ ਯੂ। ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ।